ਸਾਹਿਬ ਜੀ। ਛਾਏ ਜਾਤੀ ਏਕਤਾ, ਅਨੇਕਤਾ ਬੁਲਾਏ ਜਾਤੀ। ਹੋਵਤੀ ਕੁਚੀਲਤਾ, ਵਾਹਿਗੁਰੂ ਕੁਰਾਨ ਕੀ। ਵਾਹਿਗੁਰੂ ਪਾਪ ਹੀ ਪਰਪਕ ਜਾਤੇ, ਧਰਮਤ ਸਕ ਜਾਤੇ। ਵਾਹਿਗੁਰੂ ਬਰਨੰਗ ਰਖ ਜਾਤੇ, ਸਹਿਤ ਵਿਧਾਨ ਕੀ। ਦੇਵ ਦੇਹੁ ਰੇ, ਸੰਤੋਖ ਸਿੰਘ ਦੂਰ ਹੋਤੇ। ਰੀਤ ਮਿਟ ਜਾਤੀ, ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ, ਪਾਵਨ ਪਰਮ ਸੂਰ। ਮੂਰਤ ਨ ਹੋਤੀ, ਜਪੈ ਕਰੁਣਾ ਨਿਧਾਨ ਕੀ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਾਹਿਬ ਚੰਦ ਬਿਲੋਕ ਤਬ ਉਮੜੇ ਗਨ ਖਾਨੰ। ਗਇਓ ਧੀਰ ਧਰ ਛਿਪਰ ਕਰ, ਸ਼ੋਰਤ ਖਰਬਾਨੰ। ਸੁਬਟ ਤੁਰੰਗਮ ਕੇ ਲਗੈ, ਹੋਵੈ ਤਨ ਪਾਰੇ। ਉਥਲ ਜਾਹੇ ਰਣ ਖੇਤ ਮੈਂ, ਜਨ ਦੀ ਹਮ ਨ ਮੁਰਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਇਸ ਵੇਲੇ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜੋ ਪਹਿਲਾ ਜੰਗ ਲੜਿਆ ਭੰਗਾਣੀ ਦੀ ਧਰਤੀ 'ਤੇ, ਇਸ ਜੰਗ ਦੀ ਕਥਾ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਦੀਵਾਨ ਦੇ ਵਿੱਚ ਆਪਾਂ ਬਚਨ ਸਰਵਣ ਕੀਤੇ ਸਨ ਕਿ ਪੀਰ ਬੁੱਧੂ ਸ਼ਾਹ ਜੀਆਂ ਦਾ ਇੱਕ ਪੁੱਤਰ ਜਿਹੜਾ ਜੰਗ ਵਿੱਚ ਲੜਦਿਆਂ ਹੋਇਆ ਸ਼ਹੀਦ ਹੋਇਆ। ਮਹੰਤ ਕਿਰਪਾਲ ਦਾਸ ਨੇ ਆਗਿਆ ਮੰਗੀ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਜੰਗ ਦੇ ਵਿੱਚ ਜੰਗ ਕਰਕੇ ਆਪ ਜੀ ਨੂੰ ਦਿਖਾਉਂਦਾ ਹਾਂ। ਉਸ ਵੇਲੇ ਮਹੰਤ ਕਿਰਪਾਲ ਦਾਸ ਜੀਆਂ ਨੇ ਆਪਣੇ ਕੁਤਕੇ ਦੇ ਨਾਲ ਹਯਾਤ ਖਾਂ ਨੂੰ ਮਾਰ ਦਿੱਤਾ। ਅਤੇ ਹਯਾਤ ਖਾਂ ਦੇ ਦੋ ਸਾਥੀ ਨੇ, ਇੱਕ ਦਾ ਨਾਮ ਹੈ ਭੀਖਨ ਖਾਨ, ਇੱਕ ਦਾ ਨਾਮ ਹੈ ਨਿਜਾਬਤ ਖਾਨ। ਹੁਣ ਇਹ ਦੋਨੇ ਜਾਣੇ ਆਪਣੀ ਫੌਜ ਲੈ ਕੇ ਆਪਣੇ ਸਾਥੀ ਦਾ ਬਦਲਾ ਲੈਣ ਵਾਸਤੇ ਜੰਗ ਮੈਦਾਨ ਵਿੱਚ ਪਹੁੰਚੇ ਨੇ। ਪਠਾਨ ਬੜਾ ਭਿਆਨਕ ਜੰਗ ਕਰਦੇ ਪਏ। ਇੱਧਰੋਂ ਸਤਿਗੁਰੂ ਮਹਾਰਾਜ ਜੀਆਂ ਦੇ ਸੂਰਮੇ ਨੇ ਭਾਈ ਸਾਹਿਬ ਚੰਦ, ਉਹਨਾਂ ਨੂੰ ਬੜਾ ਡਾਢਾ ਵੇਖ ਕੇ ਇਹਨਾਂ ਪਠਾਨਾਂ ਦੇ ਵੱਲ ਗੁੱਸਾ ਆਇਆ। ਭਾਈ ਸਾਹਿਬ ਚੰਦ ਜੀ ਕਿਵੇਂ ਜੰਗ ਕਰਨਗੇ, ਇਹ ਆਪਾਂ ਅੱਜ ਸਰਵਣ ਕਰਾਂਗੇ। ਆਓ ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਿਨਾਮ ਵਾਹਿਗੁਰੂ ਸਾਹਿਬ ਜੀ। ਤਬ ਉਮੜੇ ਗਨ ਖਾਨੰ। ਕਹਿਣ ਲੱਗੇ ਸਾਹਿਬ ਚੰਦ ਵੱਲ ਵੇਖ ਕੇ ਬਹੁਤ ਜ਼ਿਆਦੇ ਜਿਹੜੇ ਖਾਨ ਨੇ, ਪਠਾਨ ਨੇ, ਉਹਨਾਂ ਨੂੰ ਉਮੜਿਆ। ਬਹੁਤੇ ਪਠਾਨਾਂ ਨੂੰ ਉਮੜਿਆ ਦੇਖ ਕੇ ਭਾਈ ਸਾਹਿਬ ਚੰਦ ਨਾ ਮਹਾਰਾਜ ਦੇ ਸੂਰਮੇ ਨੇ ਵੇਖਿਆ ਕਿ ਭੀਖਨ ਖਾਨ ਔਰ ਨਿਜਾਬਤ ਖਾਨ ਪਠਾਨ ਆਪਣੇ ਸੂਰਮਿਆਂ ਦੇ ਨਾਲ ਜੰਗ ਮੈਦਾਨ ਵਿੱਚ ਬੜਾ ਜ਼ੋਰ ਪਾ ਰਹੇ ਨੇ। ਇਹ ਗੱਲ ਸਹੀ ਨਹੀਂ ਗਈ, ਸਹਾਰੀ ਨਹੀਂ ਗਈ ਸਾਹਿਬ ਚੰਦ ਦੇ ਕੋਲੋਂ। ਇਸ ਤਰ੍ਹਾਂ ਦੁਸ਼ਮਣ ਦਾ ਜੰਗ ਵਿੱਚ ਜ਼ੋਰ ਪੈਂਦਾ ਵੇਖ ਕੇ ਗਇਓ ਧੀਰ ਧਰ ਛਿਪਰ ਕਰ, ਸ਼ੋਰਤ ਖਰਬਾਨੰ। ਤੇ ਇਹ ਭਾਈ ਸਾਹਿਬ ਚੰਦ ਜੀ ਬੜੀ ਧੀਰਜ ਦੇ ਨਾਲ, ਬੜੇ ਹੌਸਲੇ ਦੇ ਨਾਲ, ਛੇਤੀ ਦੇ ਨਾਲ ਜੰਗ ਮੈਦਾਨ ਵਿੱਚ ਪਹੁੰਚਿਆ। ਤੇ ਕਹਿਣ ਲੱਗੇ ਜੰਗ ਮੈਦਾਨ ਵਿੱਚ ਪਹੁੰਚ ਕੇ
ਬੜੇ ਤਿੱਖੇ ਤੀਰ ਇਸਨੇ ਚਲਾਏ ਹਨ। ਸੁਬਟ ਤੁਰੰਗਮ ਕੇ ਲਗੈ ਹੋਵੈ ਤਨ ਪਾਰੇ। ਭਾਈ ਸਾਹਿਬ ਚੰਦ ਦਾ ਚਲਾਇਆ ਹੋਇਆ ਤੀਰ ਜੇ ਸੂਰਮੇ ਦੇ ਵੱਜਦਾ ਤੇ ਸਰੀਰ ਚੋਂ ਪਾਰ ਹੋ ਜਾਂਦਾ ਹੈ। ਜੇ ਕਿਤੇ ਉਹ ਤੀਰ ਜਾ ਕੇ ਘੋੜੇ ਦੇ ਵੀ ਲੱਗ ਜਾਵੇ ਤੇ ਘੋੜੇ ਦੇ ਸਰੀਰ ਨੂੰ ਪਾੜ ਕੇ ਪਾਰ ਨਿਕਲ ਜਾਂਦਾ ਹੈ। ਇੰਨੇ ਬਲ ਦੇ ਨਾਲ, ਇੰਨੇ ਜ਼ੋਰ ਦੇ ਨਾਲ ਤੀਰ ਚਲਾਏ ਹਨ। ਉਥਲ ਜਾਹੇ ਰਣ ਖੇਤ ਮੈਂ ਜਨ ਦੀਹ ਮੁਰਾਰੇ। ਉਥਲ ਕੋ ਭਾਵ ਹੁੰਦਾ ਗੁਰਮੁਖੋ ਕਿ ਇੱਕੇ ਵਾਰੀ ਬੁੜਕ ਕੇ ਟੱਪ ਕੇ ਫਿਰ ਧਰਤੀ ਦੇ ਉੱਪਰ ਆ ਕੇ ਡਿੱਗਣਾ। ਕਹਿਣ ਲੱਗੇ ਭਾਈ ਸਾਹਿਬ ਚੰਦ ਦੇ ਤੀਰ ਜਦੋਂ ਵੱਜਦੇ, ਦੁਸ਼ਮਣ ਜਿਹੜਾ ਉਛਲ ਕੇ ਧਰਤੀ ਤੇ ਡਿੱਗਦਾ ਹੈ। ਇਸ ਤਰ੍ਹਾਂ ਡਿੱਗਦਾ ਪਿਆ ਜਿਵੇਂ ਕੋਈ ਵੱਡਾ ਮੁਨਾਰਾ ਹੋਵੇ ਤੇ ਮੁਨਾਰੇ ਨੂੰ ਕਿਤੇ ਅਸਮਾਨੀ ਬਿਜਲੀ ਪੈ ਜਾਵੇ। ਬਿਜਲੀ ਦੇ ਨਾਲ ਜਿਵੇਂ ਮੁਨਾਰੇ ਵੱਡੀਆਂ ਵੱਡੀਆਂ ਮਮਟੀਆਂ ਗੁੰਮਨ ਥੱਲੇ ਡਿੱਗਦੇ ਨੇ ਧਰਤੀ ਤੇ ਆ ਕੇ। ਕਹਿਣ ਲੱਗੇ ਭਾਈ ਸਾਹਿਬ ਚੰਦ ਦੇ ਤੀਰ ਜਿਹੜੇ ਨੇ ਗੁਰਮੁਖੋ ਅਸਮਾਨੀ ਬਿਜਲੀ ਵਾਂਗ ਨੇ, ਜਿਹੜੇ ਵੀ ਪਠਾਨ ਨੂੰ ਵੱਜਦੇ ਨੇ ਘੋੜੇ ਤੋਂ ਉਥਲ ਕੇ ਥੱਲੇ ਧਰਤੀ ਤੇ ਡਿੱਗਦੇ ਹਨ। ਬਰਖਾ ਗੁਲਕਾਂ ਸਰਨ ਕੀ ਦਿਸ਼ ਦੋਨੋਂ ਦੋਵਾਂ ਹੋਈ। ਪਾਸਿਆਂ ਤੋਂ ਗੋਲੀਆਂ ਦਾ ਮੀਂਹ ਪੈਂਦਾ ਪਿਆ ਤੇ ਤੀਰਾਂ ਦੀ ਬਹੁਤ ਜ਼ਿਆਦੀ ਵਰਖਾ ਹੋ ਰਹੀ ਹੈ। ਮਚਿਓ ਸ਼ੋਰ ਰਣ ਘੋਰ ਭਾ ਜੂਟੇ ਸਭ ਕੋਈ। ਕਹਿਣ ਲੱਗੇ ਐਸਾ ਭਿਆਨਕ ਜੰਗ ਹੁੰਦਾ ਪਿਆ, ਹਰੇਕ ਬੰਦਾ ਜੰਗ ਦੇ ਵਿੱਚ ਜੁਟ ਪਿਆ ਲੜਨ ਵਾਸਤੇ। ਐਸਾ ਭਿਆਨਕ ਜੰਗ ਕਰਦੇ ਹਨ। ਅਟਕ ਰਹਿਓ ਜਬ ਜੰਗ ਬੜ ਨਿਰਭਉ ਤੋ ਹੰਡੂਰੀ। ਕਹਿਣ ਲੱਗੇ ਭਾਈ ਸਾਹਿਬ ਚੰਦ ਨੇ ਇਹਨਾਂ ਪਠਾਨਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ ਜੰਗ ਕਰਕੇ। ਜਦੋਂ ਐਸੀ ਬਹਾਦਰੀ ਦਾ ਜੰਗ ਕਰਦੇ ਪਏ ਤੇ ਇੱਥੇ ਇੱਕ ਰਾਜਾ ਹੈ, ਹੰਡੂਰੀਆ ਰਾਜਾ, ਨਾਮ ਹੈ ਹਰੀ ਚੰਦ। ਇਸਨੇ ਵੇਖਿਆ ਵੀ ਆਹ ਸੂਰਮਾ ਮਹਾਰਾਜ ਦਾ ਬੜਾ ਡਾਢਾ ਜੰਗ ਕਰਦਾ ਹੈ। ਹਰੀ ਚੰਦ ਜਿਸ ਨਾਮ ਹੈ ਰਿਸ ਕੀਨਸ ਭੂਰੀ। ਇਹਨੂੰ ਬਹੁਤ ਜ਼ਿਆਦਾ ਗੁੱਸਾ ਆ ਗਿਆ ਵੇਖ ਕੇ, ਮਹਾਰਾਜ ਦੇ ਸੂਰਮਿਆਂ ਨੂੰ ਜੰਗ ਕਰਦਾ ਵੇਖ ਕੇ। ਕਹਿਣ ਲੱਗੇ ਇਸ ਰਾਜੇ ਨੂੰ, ਹਰੀ ਚੰਦ ਨੂੰ ਬੜਾ ਗੁੱਸਾ ਆਇਆ ਹੈ। ਧਨ ਵਿਦਿਆ ਮਹਿ ਨਿਪੁੰਨ ਬਹੁ ਤਿਨ ਤੁਰੰਗ ਤਵਾਇਓ। ਜਿਹੜਾ ਹਰੀ ਚੰਦ ਰਾਜਾ ਹੈ ਨਾ ਗੁਰਮੁਖੋ, ਇਹਦਾ ਇਤਿਹਾਸ ਵਿੱਚ ਬਚਨ ਇਹ ਆਉਂਦਾ ਹੈ ਵੀ ਇਹ ਤੀਰ ਕਮਾਨ ਦੀ ਵਿੱਦਿਆ ਵਿੱਚ ਬੜਾ ਮਾਹਰ ਸੀ। ਤੀਰ ਭਾਵੇਂ ਅੱਖਾਂ ਬੰਦ ਕਰਕੇ ਵੀ ਚਲਾਵੇ ਤਾਂ ਵੀ ਨਿਸ਼ਾਨੇ ਤੇ ਜਾ ਕੇ ਲੱਗਦਾ ਹੈ। ਔਰ ਪਹਾੜੀ ਰਾਜਿਆਂ ਵਿੱਚ ਇਹਦੀ ਧਾਕ ਬਣੀ ਹੋਈ ਹੈ। ਸਾਰੇ ਇਹਦੇ ਤੀਰਾਂ ਨੂੰ ਮੰਨਦੇ ਵੀ ਹਰੀ ਚੰਦ ਜਿੱਥੇ ਖੜ ਗਿਆ ਨਾ, ਇਹਦੇ ਤੀਰਾਂ ਨੂੰ ਕਿਸੇ ਨੇ ਝੱਲਣਾ ਨਹੀਂ ਹੈ। ਇਸ ਤਰ੍ਹਾਂ ਆਪਣੀ ਇਹਨੇ ਮਸ਼ਹੂਰੀ ਕੀਤੀ ਹੋਈ, ਸਾਰੇ ਇਸ ਦੀ ਬਹਾਦਰੀ ਨੂੰ ਜਾਣਦੇ। ਔਰ ਇਹਦੇ ਮਨ ਵਿੱਚ ਵੀ ਮਾਣ ਹੈ ਕਿ ਮੇਰੇ ਵਰਗੇ ਕੋਈ ਤੀਰ ਨਹੀਂ ਚਲਾ ਸਕਦਾ। ਕਹਿਣ ਲੱਗੇ ਵੀ ਇਹ ਫਿਰ ਜੰਗ ਦੇ ਵਿੱਚ ਆਇਆ ਹੈ। ਐਂਚ ਸਰਗਨ ਹਤੇ ਦਲ ਗੁਰਨ ਹਿਲਾਇਓ। ਇਸ ਨੇ ਸਤਿਗੁਰਾਂ ਦੇ ਸੂਰਮੇ ਵੇਖ ਕੇ ਨਾ ਤੇ ਖਿੱਚ ਕੇ ਹਰੀ ਚੰਦ ਰਾਜੇ ਨੇ ਤੀਰ ਚਲਾਏ। ਗੁਰਮੁਖੋ ਇੰਨੇ ਤੀਰ ਚਲਾਏ ਕਿ ਇੱਕ ਵਾਰੀ ਮਹਾਰਾਜ ਦੇ ਸੂਰਮਿਆਂ ਨੂੰ ਹਿਲਾ ਸੁੱਟਿਆ ਇਸਨੇ, ਜਿਵੇਂ ਕੋਈ ਵੱਡਾ ਮਗਰਮੱਛ ਪਾਣੀ ਵਿੱਚ ਜਾ ਕੇ ਪਲਟਾ ਮਾਰੇ ਤੇ ਪਾਣੀ ਵਿੱਚ ਛੱਲਾਂ ਆ ਜਾਂਦੀਆਂ ਨਾ, ਪਾਣੀ ਹਿੱਲ ਜਾਂਦਾ। ਕਹਿਣ ਲੱਗੇ ਹਰੀ ਚੰਦ ਰਾਜਾ ਹੰਡੂਰੀਆ, ਹੰਡੂਰੇ ਦੀ ਰਿਆਸਤ ਹੈ, ਹਰੀ ਚੰਦ ਇਹਦਾ ਨਾਮ ਹੈ। ਐਸਾ ਭਿਆਨਕ ਜੰਗ ਕੀਤਾ ਵੀ ਇੱਕ ਵਾਰੀ ਜੰਗ ਦਾ ਮੈਦਾਨ ਇਸ ਇਕੱਲੇ ਨੇ ਹਿਲਾ ਦਿੱਤਾ ਹੈ। ਮਾਰੇ ਸੁਬਟ ਪਰੋਏ ਕਰ ਬਹੁ ਗਿਰੇ ਤੁਰੰਗਾ। ਵਾਕਿਆ ਹੀ ਗੁਰਮੁਖੋ ਜਦੋਂ ਤੀਰ ਚਲਾਉਂਦਾ ਹਰੀ ਚੰਦ ਰਾਜਾ, ਹਰੀ ਚੰਦ ਮਾਰੇ ਸੋ ਜੋਧਾ ਲਤਾਰੇ। ਇਹ ਮਹਾਰਾਜ ਨੇ ਲਿਖਿਆ ਵੀ ਇਹ 10ਵੇਂ ਪਾਤਸ਼ਾਹ ਭੰਗਾਣੀ ਦਾ ਜੰਗ ਜਦੋਂ ਵਰਣਨ ਕਰਦੇ ਨਾ, ਉੱਥੇ ਮਹਾਰਾਜ ਨੇ ਬਚਨ ਲਿਖੇ ਨੇ ਵੀ ਹਰੀ ਚੰਦ ਰਾਜੇ ਨੇ ਸਾਡੇ ਬਹੁਤ ਸੂਰਮੇ ਮਾਰੇ। ਵਾਕਿਆ ਹੀ ਬਹਾਦਰ ਹੈ। ਕਹਿੰਦੇ ਤੱਕ ਕੇ ਤੀਰ ਚਲਾਉਂਦਾ ਹੈ, ਜਿਹਨੂੰ ਆ ਕੇ ਤੀਰ ਵੱਜ ਜਾਂਦਾ ਹੈ ਉਹ ਜੰਗ ਵਿੱਚ ਸ਼ਹੀਦੀ ਪਾ ਜਾਂਦਾ ਹੈ। ਅਰਖਿਓ ਭੀਖਨ ਖਾਨ ਤਬ ਪਿਖ ਭੀਖਨ ਜੰਗਾ। ਕਹਿਣ ਲੱਗੇ ਵੀ ਇਹ ਜਿਹੜਾ ਭੀਖਨ ਖਾਨ ਪਠਾਨ ਸੀ ਨਾ, ਮਹਾਰਾਜ ਨੂੰ ਦਗਾ ਦੇ ਕੇ ਜਿਹੜੇ ਪਠਾਨ ਭੱਜੇ ਸਨ, ਉਹਨਾਂ ਦਾ ਜਰਨੈਲ ਹੈ ਗੁਰਮੁਖੋ ਭੀਖਨ ਖਾਨ। ਜਦੋਂ ਇਸ ਨੇ ਵੇਖਿਆ ਵੀ ਮੇਰੀ ਮਦਦ ਵਾਸਤੇ ਤੇ ਰਾਜਾ ਆ ਗਿਆ ਹਰੀ ਚੰਦ, ਔਰ ਬੜਾ ਭਿਆਨਕ ਜੰਗ ਹੁੰਦਾ ਪਿਆ, ਵੇਖ ਕੇ ਭੀਖਨ ਖਾਨ ਪਠਾਨ ਬੜਾ ਖੁਸ਼ ਹੋਇਆ ਹੈ। ਹਰੀ ਚੰਦ ਕੇ ਨਿਕਟ ਹੋਏ ਕੈ ਸਾਧ ਕਨੇਰਾ। ਇਸਨੇ ਜਾ ਕੇ ਨਾ ਉਸ ਦੇ ਕੋਲ ਰਾਜੇ ਦੇ ਆਖਿਆ, ਬੱਲੇ ਬੱਲੇ, ਸ਼ਾਬਾਸ਼ ਰਾਜਾ, ਤੇਰੇ ਵਰਗਾ ਕੋਈ ਨਹੀਂ ਹੋਏਗਾ। ਜੰਗ ਤੇ ਮਵੀ ਬੜੇ ਕੀਤੇ ਨੇ, ਜੰਗ ਤੇ ਮਵੀ ਬੜੇ ਵੇਖੇ ਨੇ। ਪਠਾਨ ਕਹਿੰਦਾ ਪਿਆ, ਦਾਤ ਦਿੰਦਾ ਪਿਆ, ਪਰ ਇਹ ਰਾਜਨ ਹਰੀ ਚੰਦ ਤੇਰੇ ਵਰਗਾ ਜੰਗ ਕਿਸੇ ਨੇ ਨਹੀਂ ਕੀਤਾ। ਤੇਰੇ ਤੀਰਾਂ ਨੂੰ ਮੰਨਣਾ ਪਵੇਗਾ, ਤੇਰੀ ਬਹਾਦਰੀ ਨੂੰ, ਤੇਰੇ ਨਿਸ਼ਾਨੇ ਨੂੰ ਮੰਨਣਾ ਪਵੇਗਾ। ਵਾਕਿਆ ਹੀ ਤੂੰ ਵੱਡਾ ਸੂਰਮਾ ਹੈ। ਤਜਹਿ ਤੀਰ ਗੁਰਸੈਨ ਪਰਦੇ ਤਰਾਜ ਵਡੇਰਾ। ਤੇਰੇ ਤੀਰ ਚੱਲਦੇ ਨੇ ਤੇ ਗੁਰੂ ਦੇ ਸੂਰਮਿਆਂ ਦੇ ਸੀਨੇ ਚੋਂ ਪਾਰ ਹੁੰਦੇ ਨੇ। ਤੂੰ ਤੇ ਗੁਰੂ ਦੀ ਫੌਜ ਵਿੱਚ ਡਰ ਪੈਦਾ ਕਰ ਦਿੱਤਾ। ਵਾਹ ਸ਼ਾਬਾਸ਼। ਇਸ ਤਰ੍ਹਾਂ ਪਠਾਨ ਹਰੀ ਚੰਦ ਰਾਜੇ ਨੂੰ
ਵਡਿਆਉਂਦਾ ਪਿਆ ਹੈ। ਸਾਹਿਬ ਚੰਦ ਬਿਲੰਦ ਰਣ ਪਿਖ ਕਰਤੇ ਉਪਾਇਆ। ਕਹਿਣ ਲੱਗੇ ਭਾਈ ਸਾਹਿਬ ਚੰਦ ਮਹਾਰਾਜ ਦੇ ਸੂਰਮੇ ਨੇ, ਉਹ ਵੀ ਜੰਗ ਮੈਦਾਨ ਦੇ ਵਿੱਚ ਆਪਣਾ ਉਪਾਅ ਕਰਦੇ ਪਏ, ਯਤਨ ਕਰਦੇ ਪਏ ਵੀ ਦੁਸ਼ਮਣ ਕੋਲੋਂ ਕਿਵੇਂ ਬਚਣਾ ਔਰ ਦੁਸ਼ਮਣ ਨੂੰ ਮਾਰ ਕਿਵੇਂ ਮਾਰਨੀ ਹੈ। ਦੇ ਵੀਰਨ ਕੋ ਧੀਰ ਤਬ ਸਰਬਰਿੰਦ ਚਲਾਇਆ। ਇਸ ਵੇਲੇ ਭਾਈ ਸਾਹਿਬ ਚੰਦ ਨੇ ਆਪਣੇ ਸੂਰਮਿਆਂ ਨੂੰ ਹੌਸਲਾ ਦਿੱਤਾ, ਸੂਰਮਿਓ ਕੋਈ ਗੱਲ ਨਹੀਂ, ਜੰਗ ਵਿੱਚ ਮਰਨਾ ਮਰਾਉਣਾ ਤੇ ਹੁੰਦਾ ਹੀ ਹੈ, ਕਿਸੇ ਦੇ 2 ਵੱਧ ਮਰ ਗਏ, ਕਿਸੇ ਦੇ 2 ਘੱਟ ਮਰ ਗਏ, ਪਰ ਜੰਗ ਦਾ ਮੈਦਾਨ ਛੱਡ ਕੇ ਪਿੱਛੇ ਨਹੀਂ ਹਟਣਾ। ਇਹ ਜੰਗ ਰਨ ਹੁੰਦਾ ਹੀ ਇਸੇ ਵਾਸਤੇ ਆ, ਮਰਨ ਜਾਂ ਮਾਰਨ ਵਾਸਤੇ। ਭਾਈ ਸਾਹਿਬ ਚੰਦ ਗੁਰੂ ਪਾਤਸ਼ਾਹ ਦੇ ਸੂਰਮੇ ਆਪਣੇ ਸੂਰਮਿਆਂ ਨੂੰ ਹੌਸਲਾ ਦਿੰਦੇ ਹਨ। ਤਉ ਨਸੈਨਾ ਹੋਤ ਥਿਰ ਹੇਰਤ ਗਨ ਮਨ। ਇਸ ਭਾਈ ਸਾਹਿਬ ਚੰਦ ਨੇ ਹੌਸਲਾ ਤੇ ਦਿੱਤਾ, ਪਰ ਗੁਰਮੁਖੋ ਜਦੋਂ ਦੁਸ਼ਮਣ ਦਾ ਜ਼ੋਰ ਪੈ ਜਾਵੇ ਨਾ, ਫਿਰ ਜੰਗ ਵਿੱਚ ਟਿਕਣਾ ਬੜਾ ਔਖਾ ਹੁੰਦਾ। ਬਦੋ ਬਦੀ ਦੁਸ਼ਮਣ ਧਾਕੇ ਲੈ ਹੀ ਜਾਂਦਾ ਪਿੱਛੇ ਨੂੰ। ਭਾਈ ਸਾਹਿਬ ਚੰਦ ਦੀ ਫੌਜ ਜਿਹੜੀ ਹੈ ਜੰਗ ਮੈਦਾਨ ਵਿੱਚੋਂ ਹਿੱਲ ਪਈ ਹੈ। ਇਹਨਾਂ ਪਠਾਨਾਂ ਨੇ, ਹਰੀ ਚੰਦ ਰਾਜੇ ਨੇ ਇਸ ਫੌਜ ਨੂੰ ਅੱਗੇ ਲਾ ਲਿਆ ਹੈ। ਹਰੀ ਚੰਦ ਸਰਗਨ ਤਜੈ ਅਰ ਭੀਖਨ ਖਾਨ। ਇਹ ਜਿਹੜਾ ਹਰੀ ਚੰਦ ਰਾਜਾ ਹੈ, ਇਹ ਬੜੇ ਭਿਆਨਕ ਤੀਰ ਚਲਾਉਂਦਾ। ਗੁਰਮੁਖੋ ਇਹਦੇ ਤੀਰਾਂ ਦਾ ਜਵਾਬ ਕਿਸੇ ਕੋਲ ਨਹੀਂ ਹੈ। ਜੇ ਜਵਾਬ ਹੈ ਤੇ ਕੇਵਲ 10ਵੇਂ ਪਾਤਸ਼ਾਹ ਕੋਲ ਹੀ ਹੈ। ਇਹਦੇ ਤੀਰਾਂ ਦੇ ਅੱਗੇ ਮਹਾਰਾਜ ਦੀ ਕੁਝ ਫੌਜ ਦੇ ਸੂਰਮੇ ਥੋੜੇ ਪਿੱਛੇ ਹਟਣੇ ਸ਼ੁਰੂ ਹੋ ਗਏ। ਉਧਰੋਂ ਗੁਰਮੁਖੋ ਇਹ ਪਠਾਨ ਜਿਹੜਾ ਭੀਖਣ ਖਾਨ ਹੈ, ਇਹ ਵੀ ਬੜਾ ਡਾਢਾ ਜੰਗ ਕਰਦਾ ਹੈ। ਗੁਰ ਢਿਗ ਖਰੋ ਦੀਵਾਨ ਤਬ ਨੰਦ ਚੰਦ ਪਰਵੀਨਾ। ਗੁਰਮੁਖੋ ਜਦੋਂ ਇਸ ਤਰ੍ਹਾਂ ਜੰਗ ਹੁੰਦਾ ਪਿਆ ਨਾ, ਤੇ ਮਹਾਰਾਜ ਵੇਖਦੇ ਪਏ ਸਨ ਵੀ ਕੌਣ ਜੰਗ ਵਿੱਚ ਕੀ ਕਰਦਾ ਪਿਆ। ਤੇ ਸਤਿਗੁਰਾਂ ਦਾ ਦੀਵਾਨ ਭਾਈ ਨੰਦ ਚੰਦ ਸਤਿਗੁਰਾਂ ਦੇ ਕੋਲ ਹੀ ਖਲੋਤਾ ਸੀ, 10ਵੇਂ ਪਾਤਸ਼ਾਹ ਦੇ। ਉਹਨੇ ਵੇਖਿਆ ਵੀ ਰਾਜੇ ਦਾ ਬੜਾ ਜ਼ੋਰ ਪੈ ਗਿਆ ਜੰਗ ਵਿੱਚ, ਤੇ ਸਾਡੇ ਸੂਰਮੇ ਪਿੱਛੇ ਹਟਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਜੰਗ ਹੁੰਦਾ ਵੇਖ ਕੇ ਭਾਈ ਨੰਦ ਚੰਦ ਨੇ ਫਿਰ ਮਹਾਰਾਜ ਦੇ ਅੱਗੇ ਬੇਨਤੀ ਕੀਤੀ। ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਜੀ, ਆਪ ਜੀ ਮੇਰੀ ਬੇਨਤੀ ਸੁਣਨਾ ਕਰੋ। ਪ੍ਰਭ ਜੀ ਆਗਿਆ ਦੇਹੋ ਮੁਝੇ ਮੁਝ ਦਲ ਹਾਲਤ ਚੀਨਾ। ਸਤਿਗੁਰੂ ਪਾਤਸ਼ਾਹ, ਜੰਗ ਨੂੰ ਵੇਖ ਕੇ ਮੇਰਾ ਖੂਨ ਖੌਲਦਾ ਪਿਆ, ਆਪ ਜੀ ਮੈਨੂੰ ਵੀ ਆਗਿਆ ਦਿਓ ਨਾ। ਕੱਲੀ ਕੁਰਸੀ ਦੀ ਭੁੱਖ ਨਹੀਂ ਹੈ, ਅੱਜ ਦੇ ਸਿੱਖਾਂ ਨੂੰ ਤੇ ਕੇਵਲ ਕੁਰਸੀ ਦੀ ਭੁੱਖ ਰਹਿ ਗਈ ਹੈ। ਕੁਰਸੀ ਵਾਸਤੇ ਜੋ ਮਰਜ਼ੀ ਕਰਨਾ ਪਵੇ, ਪਾਪ ਕਰਨਾ ਪਵੇ, ਅਪਰਾਧ ਕਰਨਾ ਪਵੇ, ਕੁਕਰਮ ਕਰਨਾ ਪਵੇ, ਚੋਰੀ ਕਰਨੀ ਪਵੇ, ਝੂਠ ਬੋਲਣਾ ਪਵੇ। ਸੰਘਾਸਨ ਲੈਣ ਵਾਸਤੇ ਸਾਰੇ ਹੱਥ ਕੰਡੇ ਅਪਣਾਉਂਦਾ ਹੈ। ਪਰ ਇਹ ਜਿਹੜੇ ਮਹਾਰਾਜ ਦੇ ਸੂਰਮੇ ਨੇ ਨਾ ਗੁਰਮੁਖੋ, ਇਹ ਨਹੀਂ ਵੀ ਮੈਂ ਦੀਵਾਨ ਆ, ਮੈਨੂੰ ਠਾਠ ਬਾਠ ਮਿਲੇ ਨੇ, ਮੈਨੂੰ ਕੀ ਲੋੜ ਆ ਜੰਗ ਵੇ ਜਾਣ ਦੀ। ਕਹਿਣ ਲੱਗਾ, ਨਹੀਂ ਸਤਿਗੁਰੂ, ਮੈਨੂੰ ਆਗਿਆ ਦਿਓ, ਜਾਂ ਮੈਂ ਜੰਗ ਵਿੱਚ ਮਰਾਂਗਾ ਜਾਂ ਮਾਰਾਂਗਾ। ਮੇਰਾ ਜੀ ਕਰਦਾ ਮੈਂ ਵੀ ਰਣ ਤੱਤੇ ਵਿੱਚ ਜਾਵਾਂ। ਇਹ ਬਹਾਦਰੀ ਹੈ, ਇਹ ਸੂਰਮਤਾਈ ਹੈ। ਬਾਬਾ ਅਜੀਤ ਸਿੰਘ ਆਖਦੇ ਪਏ ਚਮਕੌਰ ਦੀ ਗੜੀ ਵਿੱਚ, ਮਹਾਰਾਜ ਆਗਿਆ ਦਿਓ ਜੰਗ ਲੜੀਏ। ਬਾਬਾ ਜੁਝਾਰ ਸਿੰਘ ਵੀ ਆਖਦੇ ਪਏ, ਪਾਤਸ਼ਾਹ ਆਗਿਆ ਦਿਓ। ਕਿਸੇ ਨੂੰ ਆਪ ਨਹੀਂ ਆਵਾਜ਼ ਮਾਰ ਕੇ ਆਖਿਆ ਵੀ ਜਾ ਤੂੰ ਜੰਗ ਕਰ, ਕਿਉਂਕਿ ਜਿਹੜੇ ਸ਼ੇਰ ਨੇ ਨਾ, ਉਹਨਾਂ ਨੂੰ ਪਤਾ ਅਸੀਂ ਕਿਤੇ ਵੀ ਬੈਠ ਜਾਈਏ, ਜਿੱਥੇ ਵੀ ਬੈਠਾਂਗੇ, ਬੈਠਣ ਵਾਲੀ ਜਗ੍ਹਾ ਸਾਡਾ ਸਿੰਘਾਸਨ ਬਣ ਜਾਣੀ ਹੈ। ਤੇ ਗੁਰਮੁਖੋ ਜੰਗਲ ਦਾ ਸ਼ੇਰ ਭਾਵੇਂ ਪੱਥਰ ਤੇ ਬਹਿ ਜਾਵੇ ਨਾ, ਚਟਾਨ ਤੇ ਬੈਠਾ, ਪੱਥਰ ਤੇ ਬੈਠਾ, ਤੇ ਜੰਗਲ ਦੇ ਸ਼ੇਰ ਦੀ ਉਹ ਚਟਾਨ ਹੀ ਉਹਦਾ ਸਿੰਘਾਸਨ ਹੁੰਦੀ ਹੈ। ਉੱਥੇ ਬੈਠ ਕੇ ਜੋ ਮਰਜ਼ੀ ਹੁਕਮ ਕਰ ਸਕਦਾ, ਜਿਵੇਂ ਮਰਜ਼ੀ ਕਰਵਾ ਸਕਦਾ ਹੈ। ਸਾਨੂੰ ਮਹਾਰਾਜ ਨੇ ਸ਼ੇਰ ਬਣਾਇਆ ਹੈ। ਜਦੋਂ ਸ਼ੇਰ ਬਣਾਂਗੇ, ਜਿੱਥੇ ਬੈਠਾਂਗੇ ਉੱਥੇ ਹੀ ਸਿੰਘਾਸਨ ਬਣ ਜਾਏਗਾ, ਉੱਥੇ ਹੀ ਕਚਹਿਰੀ ਬਣ ਜਾਏਗੀ, ਉੱਥੇ ਹੀ ਹੁਕਮ ਲਾਗੂ ਹੋ ਜਾਣਗੇ। ਪਰ ਜੇ ਗਿੱਦੜਾਂ ਦੇ ਵਾਂਗ ਸ਼ੇਰ ਤੇ ਬਣੇ ਨਹੀਂ, ਕੇਵਲ ਸਿੰਘਾਸਨ ਵਾਸਤੇ ਝੂਠ ਬੋਲਦੇ ਰਹੇ, ਪਾਪ ਕਰਦੇ ਰਹੇ, ਮੰਦਰਾਂ ਦੀਆਂ ਬੇਅਦਬੀਆਂ ਕਰਵਾ ਦਿੱਤੀਆਂ, ਮਸੀਤਾਂ ਦੀਆਂ ਕਰਵਾ ਦਿੱਤੀਆਂ, ਸ਼ਿਵਲਿੰਗ ਦੀਆਂ ਕਰਾ ਦਿੱਤੀਆਂ, ਗੁਰੂ ਘਰਾਂ ਵਿੱਚ ਆ ਕੇ ਨਰਾਦਰੀ ਕਰਵਾ ਦਿੱਤੀ। ਇਹ ਭੈੜੇ ਪੈਂਤੜੇ ਜਿਹੜੇ ਕਿੰਨਾ ਕੁ ਚਿਰ ਤੂੰ ਇਸ ਤਰ੍ਹਾਂ ਕਰਕੇ ਕੁਰਸੀ ਦੇ ਉੱਪਰ ਕਾਬਜ ਹੋਵੇਂਗਾ, ਲੇਖਾ ਤੇ ਦੇਣਾ ਪਵੇਗਾ। ਲੇਖਾ ਤੇ ਔਰੰਗਜ਼ੇਬ ਵਰਗਿਆਂ ਨੂੰ ਦੇਣਾ ਪੈ ਗਿਆ, ਜਿਹੜੇ ਏਡੇ ਵੱਡੇ ਬਾਦਸ਼ਾਹ ਸਨ, ਸਮਰਾਟ ਸਨ। ਦੁਨੀਆ ਦੇ ਲੋਕ ਭੁੱਲ ਜਾਂਦੇ, ਪਾਪ ਕਰਨ ਲੱਗ ਗਏ। ਅੱਜ ਦਾ ਸਿੱਖ ਕੁਰਸੀ ਵਾਸਤੇ ਸਭ ਕੁਝ ਕਰਨ ਨੂੰ ਤਿਆਰ ਹੈ, ਪਰ ਇਹ ਮਹਾਰਾਜ ਦੇ ਸਿੱਖ ਨੇ ਕੁਰਸੀ ਦੀ ਨਹੀਂ ਫਿਕਰ ਵੀ ਮੈਂ ਦੀਵਾਨ ਆ, ਮੈਂ ਕਿਉਂ ਜਾਵਾਂ। ਨਹੀਂ, ਜ਼ਿੰਦਗੀ ਰਹੇਗੀ ਤੇ ਕੁਰਸੀ ਵੇਖ ਲਵਾਂਗੇ, ਪਰ ਇਸ ਵੇਲੇ ਜੰਗ ਲੜਨ ਦਾ ਚਾਅ ਹੈ। ਮਹਾਰਾਜ ਆਗਿਆ ਦਿਓ, ਮੈਂ ਜੰਗ ਵਿੱਚ ਜਾਣਾ ਚਾਹੁੰਦਾ ਹਾਂ। ਸੁਰਖੇ ਬਲੀ ਤੁਰੰਗ ਪਰ ਗਿਰਨਾਥ ਹੰਡੂਰੀ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਅੱਗੇ ਬੇਨਤੀ ਕਰਦਾ ਪਿਆ, ਸਤਿਗੁਰੂ ਮੈਨੂੰ ਆਗਿਆ ਦਿਓ, ਮੈਂ ਜੰਗ ਵਿੱਚ ਜਾਣਾ ਕਰਾਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਇਸ ਨੂੰ ਵੇਖਿਆ, ਆਖਿਆ, ਕਹਿਣ ਲੱਗੇ,
ਭਾਈ ਆਨੰਦ ਚੰਦ ਠੀਕ ਹੈ, ਜੇ ਤੁਸੀਂ ਜਾਣਾ ਚਾਹੁੰਦੇ ਹੋ। ਭੀਖਨ ਖਾਨ ਸਮੇਤ ਹੋਵੈ ਕਰ ਕੈ ਰਿਸ ਭੂਰੀ। ਸਤਿਗੁਰੂ ਪਾਤਸ਼ਾਹ ਵੇਖੋ, ਭੀਖਨ ਖਾਨ ਔਰ ਹਰੀ ਚੰਦ ਰਾਜਾ ਬੜਾ ਭਿਆਨਕ ਜੰਗ ਕਰਦੇ ਪਏ, ਮੈਨੂੰ ਵੀ ਆਪ ਜੀ ਆਗਿਆ ਦੇਣਾ ਕਰੋ। ਮਾਰੇ ਹਮਰੇ ਵੀਰ ਬਹੁ ਥਿਤ ਰਹੇ ਨਾ ਆਗੇ। ਸਤਿਗੁਰੂ ਪਾਤਸ਼ਾਹ ਜੀ, ਇਹਨਾਂ ਵੈਰੀਆਂ ਨੇ ਸਾਡੇ ਕਈ ਸਿੱਖ ਮਾਰ ਦਿੱਤੇ ਨੇ, ਇਹਨਾਂ ਦੇ ਅੱਗੇ ਖੜਨਾ ਸਾਡੇ ਸੂਰਮਿਆਂ ਵਾਸਤੇ ਬੜਾ ਔਖਾ ਹੋ ਗਿਆ ਮਰੇ ਹੈ। ਬਿਲੋਕੇ ਬਰਿੰਦ ਹੀ ਰਨ ਤੇ ਅਬ ਭਾਗੇ। ਸਤਿਗੁਰੂ ਪਾਤਸ਼ਾਹ ਜੀ, ਮੈਨੂੰ ਆਪਣੇ ਬਹੁਤੇ ਸੂਰਮੇ ਰਣ ਤੱਤੇ ਵਿੱਚ ਸ਼ਹੀਦੀ ਪਾਏ ਹੋਏ ਔਰ ਫੱਟੜ ਹੁੰਦੇ ਦਿਖਾਈ ਦਿੰਦੇ ਹਨ। ਵੱਡੇ ਆਏ ਹੰਕਾਰ ਕਰ ਬਿਲੋਕੇ ਦਲ ਚਾਹੇ ਪਲਾਏ। ਸਤਿਗੁਰੂ ਪਾਤਸ਼ਾਹ ਜੀ, ਇਸ ਵੇਲੇ ਦੁਸ਼ਮਣ ਫੌਜ ਦੇ ਵੱਡੇ ਵਿਅਕਤੀ ਆ ਗਏ ਨੇ। ਇੱਕ ਤੇ ਰਾਜਾ ਆ ਗਿਆ ਹਰੀ ਚੰਦ, ਇੱਕ ਪਠਾਣਾ ਵਿੱਚੋਂ ਜਰਨੈਲ ਆ ਗਿਆ। ਇਸ ਵੇਲੇ ਵੱਡੇ ਵੱਡੇ ਦੁਸ਼ਮਣ ਦੇ ਫੌਜੀ ਔਰ ਕਮਾਂਡਰ ਜੰਗ ਵਿੱਚ ਆਏ ਹਨ। ਸਾਹਿਬ ਚੰਦ ਨਿਕੰਦ ਤੋਂ ਪਰਬਾਸ ਨਾ ਬਸਾਇਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਆਪਣਾ ਸਿੱਖ ਤੇ ਲੜਦਾ ਪਿਆ ਭਾਈ ਸਾਹਿਬ ਚੰਦ, ਪਰ ਉਹਦਾ ਇਕੱਲੇ ਦਾ ਵੱਸ ਨਹੀਂ ਨਾ ਚੱਲਦਾ ਪਿਆ। ਇੱਕ ਪਾਸੇ ਇੱਕ ਸਿੱਖ ਥੋੜੇ ਜਿਹੇ ਨਾਲ ਆਪਣੇ ਲੈ ਕੇ ਬੰਦੇ, ਨਿੱਕੀ ਜੀ ਟੁਕੜੀ ਲੈ ਕੇ ਜੰਗ ਵਿੱਚ ਲੜਦਾ ਪਿਆ। ਇੱਕ ਪਾਸੇ ਰਾਜਾ ਆ ਗਿਆ ਵੱਡੀ ਫੌਜ ਲੈ ਕੇ, ਇੱਕ ਪਾਸੇ ਪਠਾਨ ਆ ਗਏ ਨੇ 400 ਪਠਾਨਾਂ ਨੂੰ ਨਾਲ ਲੈ ਕੇ। ਥੋੜੇ ਸਿੱਖਾਂ ਦਾ ਇੰਨੀ ਵੱਡੀ ਫੌਜ ਨਾਲ ਲੜ ਕੇ ਮਹਾਰਾਜ ਵੱਸ ਨਹੀਂ ਚੱਲਦਾ, ਜ਼ੋਰ ਨਹੀਂ ਚੱਲਦਾ ਹੈ। ਸ਼੍ਰੀ ਕਲਗੀ ਧਰ ਸੁਨਤ ਬੈ ਉਤ ਡੀਠ ਲਗਾਈ। ਸਤਿਗੁਰੂ ਪਾਤਸ਼ਾਹ ਨੇ ਸੁਣੇ ਨਾ ਬਚਨ ਆਪਣੇ ਦੀਵਾਨ ਦੇ, ਤੇ ਮਹਾਰਾਜ ਨੇ ਫਿਰ ਉਸ ਪਾਸੇ ਵੇਖਿਆ ਜਿਹੜੇ ਪਾਸੇ ਜੰਗ ਹੋ ਰਿਹਾ ਸੀ ਨਾ, ਮਹਾਰਾਜ ਉਸ ਪਾਸੇ ਵੇਖਦੇ ਹਨ। ਦਇਆ ਰਾਮ ਆਨੰਦ ਚੰਦ ਕੋ ਆਇਸ ਫਰਮਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਭਾਈ ਦਇਆ ਰਾਮ ਤੇ ਭਾਈ ਆਨੰਦ ਚੰਦ ਦੇ ਮਹਾਰਾਜ ਦੇ ਸਿੱਖ ਸਨ। ਇਹਨਾਂ ਦੋਵਾਂ ਨੂੰ ਮਹਾਰਾਜ ਫਿਰ ਕਹਿਣ ਲੱਗੇ ਹਨ, ਅਰਹੋ ਅਗਰ ਅਰ ਗਨ ਹਤੋ ਵਧ ਆਏ ਅਗੇਰੇ। ਸਤਿਗੁਰੂ ਪਾਤਸ਼ਾਹ ਨੇ ਥਾਪੜਾ ਦਿੱਤਾ, ਕਹਿਣ ਲੱਗੇ ਜਾਓ ਭਾਈ ਆਨੰਦ ਚੰਦ ਜੀ, ਫਿਰ ਜੰਗ ਕਰੋ, ਅੱਗੇ ਵੱਧ ਕੇ ਜੰਗ ਕਰੋ ਤੇ ਦੁਸ਼ਮਣ ਨੂੰ ਨਾਸ ਕਰਨਾ ਕਰੋ। ਆਏ ਨਿਜਾਬਤ ਖਾਨ ਉਤ ਸੰਗ ਖਾਨ ਕਨੇਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਵੇਖ ਸਾਹਮਣੇ ਨਿਜਾਬਤ ਖਾਨ ਤੁਰਿਆ ਆਉਂਦਾ, ਉਹਦੇ ਨਾਲ ਬਹੁਤ ਜ਼ਿਆਦੇ ਪਠਾਨ ਸੂਰਮੇ ਹਨ। ਸੁਨ ਦੋਨੋਂ ਗੁਰ ਸੂਰਮੇ ਤਾਜੀ ਸੋ ਤ੍ਰਿਪਤਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਦੋਨਾਂ ਸੂਰਮਿਆਂ ਨੇ, ਭਾਈ ਦਇਆ ਰਾਮ ਤੇ ਭਾਈ ਆਨੰਦ ਚੰਦ ਦੇ ਦੋ ਸਿੱਖਾਂ ਦੇ ਨਾਮ ਨੇ। ਰੱਜੇ ਪੁੱਜੇ ਇਹਨਾਂ ਦੇ ਘੋੜੇ ਨੇ, ਉਹਨਾਂ ਘੋੜਿਆਂ ਦੇ ਉੱਪਰ ਇਹ ਦੋਨੇ ਸਿੱਖ ਸਵਾਰ ਹੋਏ ਹਨ। ਸਨਮੁਖ ਗਮਨੇ ਅਰਨ ਕੇ ਉਰ ਕ੍ਰੋਧ ਵਧਾਏ। ਦੁਸ਼ਮਣ ਦੇ ਨਾਲ ਲੜਨ ਵਾਸਤੇ ਸਾਹਮਣੇ ਹੋ ਕੇ ਚੱਲੇ, ਮਨ ਵਿੱਚ ਬੜਾ ਗੁੱਸਾ ਆ ਵੀ ਇਹਨਾਂ ਦੇ ਕੋਲੋਂ ਅਸੀਂ ਬਦਲਾ ਲੈਣਾ ਹੈ। ਦਇਆ ਰਾਮ ਕਰ ਸ਼ੀਗਰਤਾ ਬਹੁਬਾਨ ਚਲਾਏ। ਭਾਈ ਦਇਆ ਰਾਮ ਮਹਾਰਾਜ ਦਾ ਸੂਰਮਾ ਬੜੀ ਛੇਤੀ ਛੇਤੀ ਪਹੁੰਚ ਕੇ ਜੰਗ ਵਿੱਚ ਇਸਨੇ ਕਈ ਤੀਰ ਚਲਾਏ ਹਨ। ਦੇ ਧੀਰਜ ਨਿਟ ਭਟਨ ਕੋ ਹਟ ਤੇ ਠਹਿਰਾਏ। ਆਪਣੇ ਸੂਰਮਿਆਂ ਨੂੰ ਉਸ ਵੇਲੇ ਰੋਕਿਆ, ਜਿਹੜੇ ਪਿੱਛੇ ਨੂੰ ਤੁਰੇ ਆਉਂਦੇ ਸਨ ਨਾ ਮਹਾਰਾਜ ਦੇ ਸੂਰਮੇ, ਜੰਗ ਕਰਦੇ ਕਰਦੇ ਭਾਈ ਦਇਆ ਰਾਮ ਉੱਥੇ ਪਹੁੰਚ ਗਏ। ਪ੍ਰੋਹਤ ਨੇ ਜਾ ਕੇ ਹੌਸਲਾ ਦਿੱਤਾ, ਸੂਰਮਿਓ ਫਿਕਰ ਨਾ ਕਰੋ, ਮੈਂ ਤੁਹਾਡੀ ਮਦਦ ਵਾਸਤੇ ਆ ਗਿਆ, ਆਓ ਆਪਾਂ ਸਾਰੇ ਅੱਗੇ ਵੱਧ ਕੇ ਜੰਗ ਕਰਨਾ ਕਰੀਏ। ਉਤੇ ਪਠਾਨ ਜੇ ਅਗਰ ਬਹੁ ਹਿੱਲੇ ਹਿਤ ਆਵੇ। ਜਿਹੜੇ ਪਠਾਨ ਅੱਗੇ ਅੱਗੇ ਵਧੇ ਆਉਂਦੇ ਸਨ ਨਾ ਹਮਲਾ ਕਰਦੇ ਹੋਏ, ਉਹਨਾਂ ਪਠਾਨਾਂ ਵੱਲ ਵੇਖ ਕੇ ਫਿਰ ਮਾਰ ਮਾਰ ਮੁਖ ਤੇ ਭਨੇ ਹਥਿਆਰ ਚਲਾਵੇ। ਇਹ ਭਾਈ ਦਇਆ ਰਾਮ ਕਹਿੰਦੇ, ਮਾਰ ਲਓ, ਆ ਜਿਹੜੇ ਪਠਾਨ ਸਾਹਮਣੇ ਵੱਧ ਕੇ ਆਏ ਨੇ, ਬਚ ਕੇ ਨਹੀਂ ਜਾਣੇ ਚਾਹੀਦੇ। ਨਾਲੇ ਆਪ ਵੀ ਤੀਰ ਚਲਾਏ, ਆਪ ਵੀ ਅੱਗੇ ਹੋ ਕੇ ਜੰਗ ਕੀਤਾ, ਆਪਣੇ ਸੂਰਮਿਆਂ ਨੂੰ ਵੀ ਪ੍ਰੇਰ ਕੇ ਅੱਗੇ ਵਧਾਇਆ ਹੈ। ਨੰਦ ਚੰਦ ਸਹਿ ਨਾ ਸਕਿਓ ਹੈ ਬਲੀ ਤਬਾਇਓ। ਇਸੇ ਤਰ੍ਹਾਂ ਭਾਈ ਆਨੰਦ ਚੰਦ ਗੁਰੂ ਘਰ ਦਾ ਦੀਵਾਨ, ਕਹਿਣ ਲੱਗੇ ਇਹ ਵੀ ਦੁਸ਼ਮਣ ਨੂੰ ਵੇਖ ਕੇ ਸਹਿ ਨਹੀਂ ਸਕਿਆ ਤੇ ਆਪਣਾ ਘੋੜਾ ਦੁੜਾ ਕੇ ਵਿੱਚ ਪਹੁੰਚਿਆ ਹੈ। ਬਰਸ਼ੀ ਤਿਰਸ਼ੀ ਭਰਮਤ ਖਰ ਧਰ ਹੱਥ ਉਠਾਇਓ। ਇਸ ਨੇ ਤਿੱਖੀ ਬਰਸ਼ੀ ਆਪਣੇ ਹੱਥ ਵਿੱਚ ਫੜੀ ਹੋਈ ਹੈ, ਬਰਸ਼ੀ ਨੂੰ ਇੱਧਰ ਉੱਧਰ ਘੁਮਾਉਂਦਾ ਹੱਥ ਦੇ ਨਾਲ ਤੇ ਦੁਸ਼ਮਣ ਦੀ ਛਾਤੀ ਵਿੱਚ ਖਬੋ ਦਿੰਦਾ ਹੈ। ਮਾਰੀ ਜਾਏ ਪਠਾਨ ਕੇ ਤਤਕਾਲ ਪਰੋ। ਇੱਕ ਪਠਾਨ ਬੜਾ ਤਗੜੇ ਸਰੀਰ ਵਾਲਾ ਅੱਗੋਂ ਜੰਗ ਲੜਦਾ ਪਿਆ ਸੀ। ਭਾਈ ਆਨੰਦ ਚੰਦ ਜੀਆਂ ਨੇ ਹੱਥ ਵਿੱਚ ਫੜੀ ਹੋਈ ਬਰਸ਼ੀ ਬੜੇ ਜ਼ੋਰ ਦੇ ਜਾ ਕੇ ਉਸ ਦੇ ਸੀਨੇ ਵਿੱਚ ਮਾਰ ਦਿੱਤੀ ਹੈ। ਬੜਾ ਉਤਾਰਨ ਹੇਤ ਜਨ ਐ ਸੀਖ ਤਸੋਵਾ। ਇੱਕ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਜਿਵੇਂ ਮਾਨੋ ਵੜੇ ਲਾਉਣ ਲਈ ਲੋਹੇ ਦੀ ਸੀਖ ਵਧਾਈ ਹੋਵੇ। ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਨਾ, ਉਹ ਖਾਣ ਵਾਲੇ ਸੀਖਾਂ ਦੇ ਉੱਪਰ ਪਾ ਕੇ ਪਦਾਰਥ ਅੱਗ ਦੇ ਉੱਪਰ ਭੁੰਨਦੇ ਨੇ। ਕਹਿਣ ਲੱਗੇ ਭਾਈ ਆਨੰਦ ਚੰਦ ਦੀ ਬਰਸੀ ਕਹਿੰਦੇ ਇਸ ਤਰ੍ਹਾਂ ਪਠਾਨ ਦੇ ਸੀਨੇ ਦੇ ਵਿੱਚੋਂ ਖੁੱਭ ਕੇ ਪਾਰ ਹੋ ਗਈ ਹੈ। ਨਾਗਨ ਸੀ ਲਸ਼ਕਤ ਹੋਤੀ ਬਰਮੀ ਤਨ ਖਾਨਾ। ਜਿਵੇਂ ਕੋਈ ਮੰਨ ਲਓ ਦੌੜੀ ਜਾਂਦੀ ਸਪਣੀ ਜਿਹੜੀ ਆ ਖੁੱਡ ਵਿੱਚ ਵੜ ਜਾਂਦੀ ਹੈ, ਚਮਕਦੀ ਹੋਵੇ। ਭਾਈ ਆਨੰਦ ਚੰਦ ਜੀਆਂ ਦੀ ਬਰਸੀ ਵੀ ਕਹਿੰਦੇ ਇਸ ਤਰ੍ਹਾਂ ਚਮਕਦੀ ਪਈ ਹੈ, ਤੇ ਇਸੇ ਤਰ੍ਹਾਂ ਦੁਸ਼ਮਣ ਦੀ ਛਾਤੀ ਵਿੱਚ ਜਾ ਕੇ ਪ੍ਰਵੇਸ਼ ਕਰ ਗਈ ਹੈ। ਲਗੀ ਬੇਗ ਤੇ ਧਸ ਗਈ ਹੈ ਤੇ ਉਥਲਨ। ਕਹਿਣ ਲੱਗੇ ਬੜੀ ਜ਼ੋਰ ਦੇ ਨਾਲ ਉਹ ਬਰਸ਼ੀ ਜਿਹੜੀ ਹੈ ਭਾਈ ਆਨੰਦ ਚੰਦ ਜੀਆਂ ਦੀ ਪਠਾਨ ਦੇ ਸਰੀਰ ਵਿੱਚੋਂ ਪਾਰ ਹੋ ਗਈ ਹੈ। ਉਥਲ ਕੇ ਧਰਤੀ ਤੇ ਆ ਕੇ
ਡਿੱਗਿਆ ਹੈ। ਇੱਕ ਪਠਾਨ ਓਰੜ ਪਰੇ ਕਹਿ ਮਾਰੋ ਮਾਰੋ। ਜਦੋਂ ਇਸ ਤਰ੍ਹਾਂ ਪਠਾਨ ਮਾਰੇ ਤੇ ਪਠਾਨ ਵੀ ਫਿਰ ਬਦਲਾ ਲੈਣ ਵਾਸਤੇ ਅੱਗੋਂ ਇਕੱਠੇ ਹੋ ਕੇ ਪੈ ਗਿਆ, ਕਹਿੰਦੇ ਮਾਰ ਲੈਣਾ ਕਰੋ, ਮਾਰ ਲੈਣਾ ਨੰਦ ਕਰੋ। ਚੰਦ ਖਰ ਖੜਕ ਕਉ ਤਤਕਾਲ ਨੇ ਕਰੋ। ਉਸ ਵੇਲੇ ਭਾਈ ਨੰਦ ਚੰਦ ਜੀਆਂ ਨੇ ਫਿਰ ਬਰਸ਼ੀ ਛੱਡ ਕੇ ਤੇ ਆਪਣੇ ਗਲ ਪਈ ਤਲਵਾਰ ਨੂੰ ਬਾਹਰ ਕੱਢਿਆ ਹੈ। ਅਤੇ ਉਹ ਖਾਨ ਤਬ ਦੂਸਰੋ ਸਿਰ ਖਾਟ ਉਤਾਰਾ। ਹੁਣ ਤਲਵਾਰ ਚਲਾਈ ਹੈ ਤੇ ਦੂਸਰਾ ਪਠਾਨ ਜਿਹੜਾ ਅੱਗੇ ਵਧਿਆ ਆਉਂਦਾ ਸੀ ਨਾ, ਉਹਦਾ ਸਿਰ ਲਾ ਕੇ ਪਰੇ ਸੁੱਟ ਦਿੱਤਾ ਹੈ। ਤ੍ਰਿਤੀਏ ਕਹੁ ਤੂਰਨ ਹਨਿਓ ਖਗ ਨਿਰਮਲ ਧਾਰਾ। ਫਿਰ ਇਸੇ ਤਲਵਾਰ ਦੇ ਨਾਲ ਤੀਜੇ ਪਠਾਨ ਦਾ ਸਿਰ ਲਾ ਦਿੱਤਾ, ਕਿਉਂਕਿ ਤਲਵਾਰ ਦੀ ਧਾਰ ਬੜੀ ਤਿੱਖੀ ਹੈ। ਜਿਵੇਂ ਤਾਰ ਸਾਬਣ ਵਿੱਚੋਂ ਪਾਰ ਹੋ ਜਾਂਦੀ ਹੈ, ਗੁਰੂ ਕੇ ਸਿੱਖ ਦਾ ਤੇਗਾ ਜਿਹੜਾ ਇਸ ਤਰ੍ਹਾਂ ਦੁਸ਼ਮਣ ਦੇ ਸਰੀਰਾਂ ਵਿੱਚੋਂ ਪਾਰ ਹੁੰਦਾ ਹੈ। ਆਗੇ ਕਰੇ ਤੁਫੰਗ ਤੈਨ ਲਗ ਟੂਟਿਓ ਕਿਰਪਨ। ਕਹਿਣ ਲੱਗੇ ਜਦੋਂ ਭਾਈ ਨੰਦ ਚੰਦ ਜੀਆਂ ਨੇ ਚੌਥੇ ਸਿਪਾਹੀ ਦੇ ਉੱਪਰ ਤਲਵਾਰ ਚਲਾਈ ਨਾ, ਉਹਨੇ ਅੱਗੇ ਆਪਣੀ ਬੰਦੂਕ ਕਰ ਦਿੱਤੀ, ਬੰਦੂਕ ਦਾ ਆਸਰਾ ਲੈ ਲਿਆ। ਤਲਵਾਰ ਜਾ ਕੇ ਬੰਦੂਕ ਦੇ ਉੱਪਰ ਵੱਜੀ ਹੈ ਤੇ ਟੁੱਟ ਗਈ ਹੈ, ਮੁੱਠਾ ਵੱਖਰਾ ਹੋ ਗਿਆ ਤੇ ਅਗਲਾ ਜਿਹੜਾ ਫਾਲਾ ਸੀ ਤਲਵਾਰ ਦਾ ਉਹ ਵੱਖਰਾ ਹੋ ਗਿਆ ਹੈ। ਗਇਓ ਵਾਰ ਨਿਸ਼ਫਲ ਜਬੈ ਰਿਸ ਵਿਧੀ ਮਹਾਨ। ਜਦੋਂ ਇਸ ਤਰ੍ਹਾਂ ਵਾਰ ਖਾਲੀ ਚਲੇ ਗਿਆ ਤੇ ਮਨ ਵਿੱਚ ਬਹੁਤ ਗੁੱਸਾ ਆਇਆ ਹੈ। ਜਮ ਧਰ ਗਈ ਨਿਕਾਰ ਤਬ ਖਰ ਅਨੀ ਮਿਸਾਲਾ। ਆਪਣੇ ਕਮਰ ਕੱਸੇ ਵੇ ਜਮ ਧਰ ਕਹਿੰਦੇ ਕਟਾਰ ਇੱਕ ਛੋਟਾ ਜਿਹਾ ਸ਼ਸਤਰ ਹੁੰਦਾ ਕਮਰ ਕੱਸੇ ਲਾਉਣ ਵਾਲਾ, ਜਦੋਂ ਦੁਸ਼ਮਣ ਬਿਲਕੁਲ ਨੇੜੇ ਆ ਜਾਵੇ ਉਸ ਵੇਲੇ ਚਲਾਇਆ ਜਾਂਦਾ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਦੁਸ਼ਮਣ ਜਦੋਂ ਗਾਲੀ ਪੈ ਜਾਵੇ, ਹੱਥੋਂ ਹੱਥੀ ਪੈ ਜਾਵੇ, ਉਦੋਂ ਖਿੱਚ ਕੇ ਤੇ ਪੇਟ ਵਿੱਚ ਮਾਰੀ ਜਾਂਦੀ ਹੈ। ਭਾਈ ਨੰਦ ਚੰਦ ਨੇ ਵੇਖਿਆ ਤਲਵਾਰ ਟੁੱਟ ਗਈ ਹੈ, ਪਠਾਨ ਬਿਲਕੁਲ ਨੇੜੇ ਆ ਗਿਆ, ਆਪਣੇ ਕਮਰ ਕੱਸੇ ਦੇ ਵਿੱਚੋਂ ਛੇਤੀ ਦੇ ਨਾਲ ਕਟਾਰ ਨੂੰ ਬਾਹਰ ਕੱਢਿਆ ਹੈ। ਪੁੱਤਰ ਦਈ ਢੁੱਕ ਖਾਨ ਕੇ ਮਾਰਿਓ ਤਿਸ ਕਾਲਾ। ਤੇ ਇਸ ਕਟਾਰ ਦੀ ਗੁਰਮੁਖੋ ਜਿਹੜੀ ਹੈ ਨਾ, ਧਾਰ ਬੜੀ ਤਿੱਖੀ ਹੈ ਤੇ ਤਿੱਖੀ ਧਾਰਾ ਵਾਲੀ ਜਿਹੜੀ ਕਟਾਰ ਹੈ, ਭਾਈ ਨੰਦ ਚੰਦ ਜੀਆਂ ਨੇ ਉਹਦੇ ਨਾਲ ਪਾੜ ਦਿੱਤਾ ਪਠਾਨ ਦਾ ਪੇਟ, ਪਾੜ ਕੇ ਤੇ ਪੇਟ ਦੇ ਕੋਲੋਂ ਦੋ ਟੋਟੇ ਕਰ ਦਿੱਤੇ ਹਨ। ਦਇਆ ਰਾਮ ਸਨ ਸੁਭਟ ਗਨ ਤਿਸ ਨਿਕਟ ਪਹੁੰਚਾ। ਇਸੇ ਤਰ੍ਹਾਂ ਭਾਈ ਦਇਆ ਰਾਮ ਵੀ ਮਹਾਰਾਜ ਦੇ ਸੂਰਮੇ ਜੰਗ ਕਰਦੇ ਕੋਲ ਪਹੁੰਚੇ ਹਨ। ਮਾਰੇ ਅਦਕ ਪਠਾਨ ਰਨ ਨਾਦਤ ਵੱਡ ਉੱਚਾ। ਇਸ ਤਰ੍ਹਾਂ ਬਹੁਤ ਜ਼ਿਆਦੇ ਪਠਾਨ ਜਿਹੜੇ ਨੇ ਜੰਗ ਵਿੱਚ ਮਾਰੇ ਤੇ ਬੜਾ ਉੱਚੀ ਉੱਚੀ ਬੋਲਦੇ ਹਨ। ਕਰੇ ਹਟਾਵਨ ਜੇ ਵਦੇ ਰਨ ਖੇਤ ਛੁਰਾਇਓ। ਜਿਹੜੇ ਪਠਾਨ ਅੱਗੇ ਵੱਧ ਕੇ ਤੁਰੇ ਆਉਂਦੇ ਸਨ ਮੈਦਾਨ ਦੇ ਵਿੱਚ, ਗੁਰੂ ਕਿਆ ਸਿੱਖਾਂ ਨੇ ਮਾਰ ਕੇ ਉਹ ਮੈਦਾਨ ਖਾਲੀ ਕਰਵਾ ਲਿਆ। ਹਟੇ ਤਰਨ ਕੀ ਊਟ ਹਵੈ ਨਿਜ ਗਾਤ ਬਚਾਇਓ। ਹੁਣ ਆਪਣੇ ਆਪ ਨੂੰ ਬਚਾਉਣ ਵਾਸਤੇ ਕਹਿਣ ਲੱਗੇ ਰੁੱਖਾਂ ਦਾ ਆਸਰਾ ਲੈਣ ਲੱਗ ਪਏ। ਇਹਨਾਂ ਸਿੱਖਾਂ ਨੇ ਇੰਨੀ ਮਾਰ ਮਾਰੀ ਜਾ ਕੇ ਜੰਗ ਦੇ ਵਿੱਚ, ਜਿਹੜੇ ਪਠਾਨ ਅੱਗੇ ਵੱਧ ਕੇ ਤੁਰੇ ਆਉਂਦੇ, ਆਪਣੇ ਆਪ ਨੂੰ ਬਚਾਉਣ ਵਾਸਤੇ ਰੁੱਖਾਂ ਦਾ ਆਸਰਾ ਲੈਂਦੇ ਹਨ। ਹਰੀ ਚੰਦ ਇਤ ਤੇ ਫਿਰਿਓ ਦੂਸਰ ਦਿਸ ਚੱਲ। ਉਸ ਵੇਲੇ ਹਰੀ ਚੰਦ ਰਾਜਾ ਜਿਹੜਾ ਹੈ, ਕਹਿਣ ਲੱਗੇ ਉਹ ਵੀ ਇਧਰੋਂ ਫਿਰ ਕੇ ਦੂਸਰੇ ਪਾਸੇ ਨੂੰ ਚੱਲਿਆ ਹੈ। ਭੀਖਨ ਖਾਂ ਕੋ ਧੀਰ ਦੈ ਥਿਰ ਕਰ ਤਿਸ ਕਾਲਾ। ਇਸਨੇ ਭੀਖਣ ਖਾਂ ਨੂੰ ਹੌਸਲਾ ਦਿੱਤਾ ਕਿ ਤੂੰ ਇੱਥੇ ਲੜਨਾ ਕਰ ਤੇ ਮੈਂ ਕਿਸੇ ਹੋਰ ਪਾਸੇ ਜਾਂਦਾ ਹਾਂ। ਸੰਗੋ ਆਦਿਕ ਜਿਤ ਦਿਸ਼ਾ ਸੰਗਰਾਮ ਮਚਾਵੇ। ਜਿੱਥੇ ਭਾਈ ਸੰਗੋ ਸ਼ਾਹ ਤੇ ਹੋਰ ਸੂਰਮੇ ਜੰਗ ਮਚਾਉਂਦੇ ਹਨ। ਗਇਓ ਤੁਰੰਗ ਤਵਾਏ ਕਰ ਗਨ ਤੀਰ ਚਲਾਵੇ। ਤੇ ਕਹਿਣ ਲੱਗੇ ਉੱਥੇ ਪਹੁੰਚ ਗਿਆ ਤੇ ਬਹੁਤ ਜ਼ਿਆਦੇ ਤੀਰ ਚਲਾਉਂਦਾ ਹੈ। ਆਬਦ ਕੋ ਅਵਲੋਕਿਓ ਹੰਡੂਰੀ ਰਾਜਾ। ਜਦੋਂ ਭਾਈ ਸੰਗੋ ਸ਼ਾਹ ਨੇ ਵੇਖਿਆ ਨਾ ਵੀ ਹੰਡੂਰੀਆ ਰਾਜਾ ਹਰੀ ਚੰਦ ਜਿੱਥੇ ਮੈਂ ਲੜਦਾ ਪਿਆ, ਉੱਥੇ ਆ ਕੇ ਪਹੁੰਚ ਗਿਆ ਹੈ। ਲਾਲ ਬਿਲੋਚਨ ਬਦਨ ਤੇ ਭੀਖਨ ਰਨ ਸਾਜਾ। ਇਹ ਭਾਈ ਨੰਦ ਚੰਦ ਜੀਆਂ ਦੇ ਨੇਤਰ ਲਾਲ ਨੇ ਤੇ ਕਹਿਣ ਲੱਗੇ ਬਹੁਤ ਭਿਆਨਕ ਇਸ ਵੇਲੇ ਜੰਗ ਹੋ ਰਿਹਾ ਹੈ। ਸੰਗੋ ਸ਼ਾਹ ਕੁਦੰਡ ਗਹਿ ਖਰ ਤੀਰ ਨਿਕਾਰੇ। ਉਸ ਵੇਲੇ ਭਾਈ ਸੰਗੋ ਸ਼ਾਹ ਜੀਆਂ ਨੇ ਹੱਥ ਵਿੱਚ ਧਨੁੱਖ ਫੜ ਕੇ ਤੇ ਫਿਰ ਬਹੁਤ ਜ਼ਿਆਦਾ ਤੀਰ ਆਪਣੇ ਪੱਥੇ ਵਿੱਚੋਂ ਕੱਢੇ। ਐਂਚ ਐਂਚ ਕਰ ਕਾਨ ਲਗ ਰਿਪ ਸਨਮੁਖ ਮਾਰੇ। ਤੀਰ ਜਿਹੜੇ ਨੇ ਖਿੱਚ ਖਿੱਚ ਕੇ ਕੰਨ ਤੱਕ ਤੇ ਦੁਸ਼ਮਣ ਨੂੰ ਤੱਕ ਤੱਕ ਕੇ ਚਲਾਏ ਹਨ। ਇਤ ਉਤ ਵਿਚਰਤ ਨਹਿ ਲਗਿਓ ਬਲ ਚਪਲ ਤੁਰੰਗ। ਕਹਿਣ ਲੱਗੇ ਵੀ ਇਹ ਜਿਹੜਾ ਹਰੀ ਚੰਦ ਰਾਜਾ ਹੈ ਨਾ, ਇਹਦਾ ਘੋੜਾ ਬੜਾ ਚੰਚਲ ਹੈ। ਜਦੋਂ ਭਾਈ ਸੰਗੋ ਸ਼ਾਹ ਤੀਰ ਚਲਾਉਂਦੇ ਤੇ ਇੱਧਰ ਉੱਧਰ ਹੋ ਕੇ ਆਪਣੇ ਆਪ ਨੂੰ ਇਹ ਬਚਾ ਲੈਂਦਾ ਹੈ। ਅੱਗੇ ਪਰਬਤ ਕੇ ਸੁਬਟ ਤਿਨ ਅੰਗਨ ਭੰਗਾ। ਪਰ ਇਹ ਜਿਹੜੇ ਤੀਰ ਨੇ ਭਾਈ ਸੰਗੋ ਸ਼ਾਹ ਦੇ ਖਾਲੀ ਨਹੀਂ ਜਾਂਦੇ, ਅੱਗੇ ਜਿਹੜੀ ਪਹਾੜੀ ਫੌਜ ਹੈ ਉਹਨਾਂ ਦੇ ਸਰੀਰਾਂ ਨੂੰ ਜਾ ਜਾ ਕੇ ਤੀਰ ਲੱਗਦੇ ਹਨ। ਇਤ ਜੋਦਾ ਇਹ ਅਰ ਪਰੇ ਉਤ ਮੁਦ ਕਰ ਸ਼ਾਹੰ। ਕਹਿਣ ਲੱਗੇ ਵੀ ਗੁਰਮੁਖੋ ਇਸ ਪਾਸੇ ਤੇ ਇਹ ਦੋਨੇ ਸੂਰਮੇ ਅੜ ਪਏ ਨੇ। ਇੱਕ ਪਾਸੇ ਹਰੀ ਚੰਦ ਰਾਜਾ ਹੈ, ਇੱਕ ਪਾਸੇ ਮਹਾਰਾਜ ਜੀਆਂ ਦੇ ਭੂਆ ਜੀ ਦੇ ਪੁੱਤਰ ਨੇ ਭਾਈ ਸੰਗੋ ਸ਼ਾਹ। ਇੱਕ ਪਾਸੇ ਤੇ ਇਹ ਦੋਨੇ ਜਾਣੇ ਜੰਗ ਕਰਦੇ ਪਏ ਤੇ ਕਹਿਣ ਲੱਗੇ ਦੂਸਰੇ ਪਾਸੇ ਦਾ ਜਿਹੜਾ ਜੰਗ ਹੈ ਨਾ ਗੁਰਮੁਖੋ, ਉਹ ਵੀ ਬੜਾ ਭਿਆਨਕ ਹੋ ਰਿਹਾ ਹੈ। ਕਹਿਣ ਲੱਗੇ ਚੰਦੇਲ ਦਾ ਰਾਜਾ ਨਾਮ ਹੈ ਮਧੁਕਰ, ਇਹ ਬਹੁਤ ਭਾਰੀ ਜੰਗ ਕਰਦਾ ਹੈ। ਸੰਗ ਚੰਦੇਲ ਸਿਪਾਹੇ ਗਨ
ਰਿਪ ਕਹਿ ਰਨ ਇਹ ਮਾਹੰ। ਚੰਦੇਲ ਗੁਰਮੁਖੋ ਰਿਆਸਤ ਦਾ ਨਾਮ ਹੈ ਤੇ ਉੱਥੋਂ ਦਾ ਰਾਜਾ ਆਪਣੇ ਸੂਰਮਿਆਂ ਨੂੰ ਨਾਲ ਲੈ ਕੇ ਬੜਾ ਜੰਗ ਕਰਦਾ ਹੈ। ਦਇਆ ਰਾਮ ਨੰਦ ਚੰਦ ਸੋ ਗੁਰ ਕੋ ਦਲ ਭਾਰੀ। ਕਹਿਣ ਲੱਗੇ ਇਧਰ ਭਾਈ ਦਇਆ ਰਾਮ ਤੇ ਨੰਦ ਚੰਦ ਲੜਦੇ ਪਏ ਤੇ ਚੰਦੇਲ ਦਾ ਰਾਜਾ ਉੱਥੇ ਲੜਦਾ ਪਿਆ। ਇੱਕ ਪਾਸੇ ਮਹਾਰਾਜ ਦੇ ਸੂਰਮੇ ਭਾਈ ਸੰਗੋ ਸ਼ਾਹ ਲੜਦੇ ਪਏ ਤੇ ਹਰੀ ਚੰਦ ਰਾਜਾ ਉਹਨਾਂ ਨਾਲ ਆ ਕੇ ਲੜਦਾ ਹੈ। ਲਰੇ ਤੀਰ ਗੁਲਕਾਨ ਸੋ ਕਰਵਾਰ ਨਿਕਾਰੀ। ਉਹਨਾਂ ਪਾਸਿਆਂ ਦੇ ਸੂਰਮੇ ਤੀਰ ਅਤੇ ਗੋਲੀਆਂ ਚਲਾਉਂਦੇ ਹਨ। ਪਰਿਓ ਦੂਰ ਲਗ ਖੇਤ ਵੱਡ ਗਨ ਤੁਖੈ ਪਲੀਤੇ। ਬਹੁਤ ਦੂਰ ਤੱਕ ਜੰਗ ਮੈਦਾਨ ਖਿਲਰ ਗਿਆ ਤੇ ਬਹੁਤ ਜ਼ਿਆਦੇ ਪਲੀਤੇ ਜਿਹੜੇ ਨੇ ਬਰੂਦ ਗੋਲੀਆਂ ਚਲਾਉਣ ਵਾਲੇ ਪਲੀਤੇ ਧੁਖਦੇ ਪਏ ਹਨ। ਸ਼ਣਕਾਰ ਹੋਏ ਗਜਨ ਕੇ ਚਾਹਤ ਚਿਤ ਜੀਤੇ। ਗੁਰਮੁਖੋ ਉਹਨਾਂ ਸਮਿਆਂ ਵਿੱਚ ਨਾ ਬਰੂਦ ਵਾਲੀਆਂ ਬੰਦੂਕਾਂ ਹੁੰਦੀਆਂ ਸਨ, ਜਿਵੇਂ ਗੋਲੀ ਪਾ ਕੇ ਚਲਾਉਣੀਆਂ। ਅੱਜ ਬੜਾ ਸੌਖਾ ਟੈਕਨੋਲੋਜੀ ਆ ਗਈ ਹੈ, ਬੜਾ ਕੁਝ ਆ ਗਿਆ, ਸ਼ਸਤਰਾਂ ਦੇ ਵਿੱਚ ਬੜਾ ਬਦਲਾਅ ਆ ਗਿਆ। ਉਹਨਾਂ ਸਮਿਆਂ ਵਿੱਚ ਗੋਲੀ ਵਾਲੀਆਂ ਬੰਦੂਕਾਂ ਬੜੀਆਂ ਘੱਟ ਸਨ ਔਰ ਉਹਦੇ ਵਿੱਚ ਬਰੂਦ ਪਾ ਕੇ ਬੰਦੂਕ ਦੇ ਵਿੱਚ ਬਰੂਦ ਨੂੰ ਠੋਕਿਆ ਜਾਂਦਾ, ਗਜ ਦੇ ਨਾਲ ਠੋਕ ਕੇ ਉਹਨੂੰ ਭਰਿਆ ਜਾਂਦਾ। ਫਿਰ ਉਹਨੂੰ ਪਲੀਤਾ ਲਾ ਕੇ, ਜਿਵੇਂ ਆਪਾਂ ਮਤਾਬੀ ਚਲਾਉਂਦੇ ਆ ਇਸ ਤਰ੍ਹਾਂ ਪਲੀਤਾ ਲਾ ਕੇ ਨਿਸ਼ਾਨਾ ਬੰਨ੍ਹ ਕੇ ਇਸ ਤਰ੍ਹਾਂ ਗੋਲੀਆਂ ਚੱਲਦੀਆਂ। ਸਾਨੂੰ ਬੜਾ ਟਾਈਮ ਲੱਗ ਜਾਂਦਾ ਸੀ। ਕੁਝ ਬੰਦੇ ਨਾਲ ਰੱਖੇ ਹੁੰਦੇ ਸਨ ਵੀ ਤੁਸੀਂ ਬਰੂਦ ਭਰ ਭਰ ਕੇ ਠੋਕ ਠੋਕ ਕੇ ਅੱਗੇ ਫੜਾਉਣੀਆਂ ਨੇ। ਤੇ ਫਿਰ ਸੂਰਮਾ ਜਿਹੜਾ ਸੀ ਅੱਗੇ ਉਹਨਾਂ ਵਾਰੀ ਵਾਰੀ ਸੂਰਮਿਆਂ ਕੋਲੋਂ ਬੰਦੂਕਾਂ ਫੜ ਕੇ ਤੇ ਉਹ ਚਲਾਉਂਦਾ ਸੀ ਤੇ ਫਿਰ ਅੱਗੇ ਜਾ ਕੇ ਨਿਸ਼ਾਨੇ 'ਤੇ ਲੱਗਦੀਆਂ। ਸਮਾਂ ਲੱਗ ਜਾਂਦਾ ਸੀ ਬਰੂਦ ਭਰਦਿਆਂ, ਠੋਕਦਿਆਂ, ਪਲੀਤਾ ਲਾਉਂਦਿਆਂ। ਪਰ ਕਹਿਣ ਲੱਗੇ ਵੀ ਉਸ ਵੇਲੇ ਹਥਿਆਰ ਹੀ ਕੁਝ ਇਸ ਤਰ੍ਹਾਂ ਦੇ ਸਨ, ਇਸ ਤਰੀਕੇ ਨਾਲ ਇਹ ਜੰਗ ਕਰਦੇ ਹਨ। ਦਸਤਰਵਾ ਕਰ ਸ਼ੀਗਰਤਾ ਸ਼ੋਰੈ ਰਿਪ ਮਾਰੈ। ਛੇਤੀ ਨਾਲ ਨਿਸ਼ਾਨਾ ਬੰਨ ਕੇ ਦੁਸ਼ਮਣ ਦਾ ਤੇ ਫਿਰ ਬੰਦੂਕ ਚਲਾ ਦਿੰਦੇ। ਐਂਚ ਤੀਰਨ ਹਤੈ ਅੱਗੇ ਪਰ ਡਰੈ। ਇਸੇ ਤਰ੍ਹਾਂ ਗੁਰਮੁਖੋ ਫਿਰ ਜਿਹੜਾ ਤੀਰ ਹੈ ਇਸ ਨੂੰ ਵੀ ਕਮਾਨ ਵਿੱਚ ਪਹਿਲਾਂ ਰੱਖਣਾ ਪੈਂਦਾ, ਫਿਰ ਨਿਸ਼ਾਨਾ ਬੰਨ੍ਹਣਾ ਪੈਂਦਾ, ਫਿਰ ਕਮਾਨ ਨੂੰ ਖਿੱਚਣਾ ਪੈਂਦਾ ਤੇ ਫਿਰ ਤੀਰ ਚੱਲਦੇ ਹਨ। ਫਤਿਹ ਸ਼ਾਹ ਉਤ ਦੂਰ ਹੀ ਥਿਰ ਜੰਗ ਬਿਲੋਕੇ। ਇੱਧਰ ਕਹਿਣ ਲੱਗੇ ਫਤਿਹ ਸ਼ਾਹ ਰਾਜਾ ਇਹ ਦੂਰ ਖਲੋਤਾ ਹੋਇਆ ਜੰਗ ਵੇਖਦਾ ਪਿਆ। ਫਤਿਹ ਸ਼ਾਹ ਰਾਜਾ ਆਪ ਨਹੀਂ ਜੰਗ ਵਿੱਚ ਆਇਆ ਪਰ ਦੂਰ ਖਲੋਤਾ ਹੋਇਆ ਆਪਣੇ ਸੂਰਮਿਆਂ ਦੇ ਜੰਗ ਨੂੰ ਦੇਖਦਾ ਹੈ। ਭਾਜੈ ਹੈ ਜਵੈ ਪਹਾੜੀਏ ਪਠ ਮਾਨਵ ਰੋਕੇ। ਜਦੋਂ ਪਹਾੜੀਏ ਜੰਗ ਵਿੱਚੋਂ ਭੱਜਦੇ ਨੇ ਫਿਰ ਆਪਣੇ ਬੰਦੇ ਭੇਜਦਾ ਹੈ ਰਾਜਾ, ਰੋਕਦਾ ਆਪਣੀ ਫੌਜ ਨੂੰ, ਭੱਜੋ ਨਾ। ਤੇ ਭੱਜੇ ਜਾਂਦੇ ਪਹਾੜੀਆਂ ਨੂੰ ਫਿਰ ਮੋੜਿਆ ਜਾਂਦਾ। ਫਤਿਹ ਸ਼ਾਹ ਰਾਜਾ ਆਪ ਨਹੀਂ ਜੰਗ ਕਰਦਾ ਪਿਆ, ਵੇਖਦਾ ਪਿਆ ਕਿ ਮੇਰੀ ਫੌਜ ਔਰ ਮੇਰੇ ਨਾਲ ਦੇ ਸਾਥੀ ਰਾਜੇ ਕਿਵੇਂ ਜੰਗ ਕਰਦੇ। ਜਿਹੜਾ ਕੋਈ ਆਪਦਾ ਸਿਪਾਹੀ ਭੱਜਦਾ ਜੰਗ ਦੇ ਵਿੱਚ ਉਹਨੂੰ ਮੋੜਿਆ ਜਾਂਦਾ ਤੇ ਮੋੜ ਕੇ ਦੁਬਾਰਾ ਫਿਰ ਜੰਗ ਵੱਲ ਤੁਰਿਆ ਜਾਂਦਾ ਹੈ। ਵਿਖੇ ਤਮਾਸ਼ਾ ਗੁਰੂ ਇਤ ਉਰ ਵਿਖੇ ਵਿਚਾਰੈ। ਇਧਰੋਂ ਮਹਾਰਾਜ ਵੀ ਵੇਖਦੇ ਪਏ, ਜੰਗ ਲੜਦੇ ਨਹੀਂ ਪਏ, ਮਹਾਰਾਜ ਵੇਖਦੇ ਪਏ ਸਾਰਾ ਤਮਾਸ਼ਾ ਔਰ ਵਿਚਾਰਦੇ ਹਨ। ਅਦਕ ਵਧੈ ਜੋਦਾ ਜੋ ਵੱਡ ਲੜ ਤਿਸ ਕੋ ਮਾਰੈ। ਸੋ ਜਿਹੜਾ ਸੂਰਮਾ ਅੱਗੇ ਵੱਧਦਾ ਹੈ ਤੇ ਲੜ ਕੇ ਉਸ ਨੂੰ ਫਿਰ ਮਾਰਿਆ ਜਾਂਦਾ ਹੈ। ਇੱਕ ਸੁਤ ਹੱਥ ਕੁਛ ਸੰਗ ਭਟ ਥਿਤ ਬੁੱਧੂ ਸ਼ਾਹ। ਇਧਰੋਂ ਭਾਈ ਬੁੱਧੂ ਸ਼ਾਹ ਜਿਹੜਾ ਪੀਰ ਹੈ ਨਾ ਗੁਰਮੁਖੋ, ਇਹਦਾ ਇੱਕ ਪੁੱਤਰ ਜੰਗ ਮੈਦਾਨ ਵਿੱਚ ਸ਼ਹੀਦ ਹੋ ਗਿਆ। 4 ਪੁੱਤਰ ਲੈ ਕੇ ਆਇਆ ਸੀ ਇਹ ਬੁੱਧੂ ਸ਼ਾਹ ਮਹਾਰਾਜ ਦੀ ਮਦਦ ਵਾਸਤੇ ਤੇ 700 ਮਰੀਦ ਲੈ ਕੇ ਆਇਆ, ਚੇਲੇ ਆਪਣੇ। ਮਹਾਰਾਜ ਦੀ ਫੌਜ ਵਿੱਚ ਭਰਤੀ ਹੋਇਆ, ਸਤਿਗੁਰੂ ਅਸੀਂ ਤੁਹਾਡੇ ਵੱਲੋਂ ਜੰਗ ਕਰਾਂਗੇ। ਤੇ ਇਹ ਜੰਗ ਕਰਦਿਆਂ ਕਰਦਿਆਂ ਇਹਦਾ ਇੱਕ ਪੁੱਤਰ ਚੜ੍ਹਾਈ ਕਰ ਗਿਆ ਜੰਗ ਦੇ ਵਿੱਚ ਤੇ ਪੁੱਤਰ ਜੰਗ ਤੋਂ ਚੜ੍ਹਾਈ ਕਰ ਗਿਆ। ਕਹਿਣ ਲੱਗੇ ਇਹ ਭਾਈ ਜਿਹੜਾ ਪੀਰ ਬੁੱਧੂ ਸ਼ਾਹ ਨਾ ਹਾਲੇ ਵੀ ਬਹੁਤ ਭਿਆਨਕ ਜੰਗ ਕਰਦਾ ਹੈ। ਰਨ ਮਹਿ ਤਨ ਦੇ ਲਰਤ ਹੈ ਅੰਗੁਰ ਹਿਤ ਉਤਸਾਹ। ਸਤਿਗੁਰਾਂ ਦੇ ਵਾਸਤੇ ਬੜੇ ਉਤਸ਼ਾਹ ਦੇ ਨਾਲ ਅੱਗੇ ਹੋ ਕੇ ਪੀਰ ਬੁੱਧੂ ਸ਼ਾਹ ਲੜਦੇ ਪਏ ਹਨ। ਵਧੈ ਅਗਰ ਮਾਰਤ ਅਰਨ ਗੁਲਕਾਂ ਮੁਚਕੰਤੇ। ਜੇ ਕੋਈ ਦੁਸ਼ਮਣ ਅੱਗੇ ਵੱਧਦਾ ਹੈ ਨਾ ਤੇ ਪੀਰ ਬੁੱਧੂ ਸ਼ਾਹ ਉਸ ਵੇਲੇ ਗੋਲੀ ਚਲਾ ਕੇ ਤੇ ਉਸ ਨੂੰ ਮਾਰ ਕੇ ਸੁੱਟ ਦਿੰਦਾ ਹੈ। ਦੁੱਤੀਏ ਪੁੱਤਰ ਲਗ ਘਾਵ ਤਨ ਘਾ ਪਿਸਤਲ ਗੁਰਮੁਖੋ ਰੰਤੇ। ਲੜਦਿਆਂ ਲੜਦਿਆਂ ਪੀਰ ਬੁੱਧੂ ਸ਼ਾਹ ਜੀਆਂ ਦਾ ਦੂਜਾ ਪੁੱਤਰ ਵੀ ਜ਼ਖਮੀ ਹੋ ਗਿਆ। ਇਹਦੇ ਪੁੱਤਰਾਂ ਨੇ ਸ਼ਹੀਦੀ ਪਾਈ ਹੈ, ਮਹਾਰਾਜ ਦੇ ਨਾਲ ਮਦਦ ਵਾਸਤੇ ਲੜਦਾ ਪਿਆ। ਇਹ ਇਹੋ ਜਿਹਾ ਮਰੀਦ ਬਣਿਆ, ਆਪਣਾ ਸਾਰਾ ਕੁਝ ਹੀ ਇਸਨੇ ਜੰਗ ਦੇ ਵਿੱਚ ਉਸ ਵੇਲੇ ਸ਼ਹੀਦ ਕਰਵਾਇਆ। 10ਵੇਂ ਪਾਤਸ਼ਾਹ ਮਹਾਰਾਜ ਜੀ ਇਹਦੀ ਐਸੀ ਕੁਰਬਾਨੀ ਤੋਂ ਬੜੇ ਖੁਸ਼ ਹੋਏ। ਕੌਣ ਹੈ ਕਿਸੇ ਵਾਸਤੇ ਆਪਣੇ ਪੁੱਤਰ ਮਰਵਾਵੇ, ਕੌਣ ਆਪਣੇ ਸੇਵਕਾਂ ਨੂੰ ਮਰਵਾਵੇ। ਇੱਕ ਦਿਨ ਮਹਾਰਾਜ ਕੰਘਾ ਕਰਦੇ ਪਏ ਕੇਸਾਂ ਵਿੱਚ ਤੇ ਪੀਰ ਜੀ ਨੇ ਆ ਕੇ ਦਰਸ਼ਨ ਕੀਤੇ। ਮਹਾਰਾਜ ਬੜੇ ਖੁਸ਼ ਹੋਏ, ਕਹਿਣ ਲੱਗੇ ਪੀਰ ਜੀ ਮੰਗੋ ਕੀ ਚਾਹੀਦਾ। ਇੰਨੀ ਵੱਡੀ ਕੁਰਬਾਨੀ ਕਰਨ ਵਾਲੇ ਨੇ ਝੋਲੀ ਅੱਡ ਕੇ ਆਖਿਆ, ਕਹਿਣ ਲੱਗੇ ਮਹਾਰਾਜ ਜੇ ਦੇਣਾ ਹੀ ਚਾਹੁੰਦੇ ਹੋ ਨਾ ਆ ਆਪਣਾ ਕੰਘਾ ਕੇਸਾਂ ਦੇ ਸਮੇਤ ਮੈਨੂੰ ਦੇ ਦਿਓ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਮੈਨੂੰ ਇਹ ਕੇਸ ਗੁਰੂ ਕੀ ਮੋਹਰ ਤੁਸੀਂ ਕਹਿੰਦੇ ਹੋ ਤੇ ਤੁਹਾਡੇ ਜਿਹੜੇ ਕੇਸ ਨੇ ਉਹ ਮੈਨੂੰ ਮਿਲ ਜਾਣ, ਇਹਦੇ ਤੋਂ ਵੱਡੀ ਕਿਹੜੀ ਦਾਤ ਹੋਵੇ। ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ, ਜਿਨ੍ਹਾਂ ਨੇ ਸਿਦਕ ਨੂੰ ਕਮਾਇਆ, ਜਿਨ੍ਹਾਂ ਨੇ ਭਰੋਸੇ ਨੂੰ ਕਮਾਇਆ,
ਅਸੀਂ ਜ਼ਿੰਦਗੀ ਵਿੱਚ ਨਿੱਕਾ ਜਿਹਾ ਕੋਈ ਕੰਮ ਕਰ ਲਈਏ, ਕੋਈ ਪਰਉਪਕਾਰ ਵਾਲਾ, ਕਈਆਂ ਨੂੰ ਜਾ ਕੇ ਦੱਸੀਦਾ ਜਿਹਦੇ ਉੱਪਰ ਪਰਉਪਕਾਰ ਕੀਤਾ ਉਹ ਸਾਰੀ ਉਮਰ ਭਾਵੇਂ ਸਾਡਾ ਪਾਣੀ ਭਰਦਾ ਰਹੇ ਤਾਂ ਵੀ ਅਸੀਂ ਉਸ ਨੂੰ ਜਨਾਈਦਾ ਵੀ ਹਾਂ ਮੈਂ ਤੇਰੇ ਤੇ ਪਰਉਪਕਾਰ ਕੀਤਾ। ਪਰ ਇੱਧਰ ਪੀਰ ਬੁੱਧੂ ਸ਼ਾਹ ਵਰਗੇ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਉਂਦੇ ਪਏ, ਆਪਣੇ ਚੇਲਿਆਂ ਨੂੰ ਸ਼ਹੀਦ ਕਰਵਾਉਂਦੇ ਪਏ। ਬਾਅਦ ਵਿੱਚ ਮੰਗਿਆ ਤੇ ਆਖਿਆ ਮਹਾਰਾਜ ਆਹ ਦਾਤ ਦੇ ਦਿਓ। ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਦਾ ਪੁੱਤਰ ਜੰਗ ਵਿੱਚ ਲੜਦਾ ਪਿਆ, ਇੱਕ ਸ਼ਹੀਦੀ ਪਾ ਗਿਆ, ਦੂਜਾ ਜੰਗ ਵਿੱਚ ਜ਼ਖਮੀ ਹੋ ਗਿਆ ਹੈ। ਇਮਰਾਨ ਮਹਿ ਕਮਸਾਨ ਬਹੁ ਮਰੇ ਦੋਸ਼ਨ। ਇਸ ਤਰ੍ਹਾਂ ਕਹਿਣ ਲੱਗੇ ਵੀ ਦੋਵਾਂ ਪਾਸਿਆਂ ਤੋਂ ਬਹੁਤ ਜ਼ਿਆਦਾ ਕਮਸਾਨ ਦਾ ਜੰਗ ਹੋਇਆ ਤੇ ਦੋਨਾਂ ਪਾਸਿਆਂ ਦੇ ਬਹੁਤੇ ਸੂਰਮੇ ਜੰਗ ਵਿੱਚ ਮਰੇ ਹਨ। ਸ਼ਿਦਤ ਸਰੀਰ ਸਧੀਰ ਹੋਵੇ ਹੱਥ ਗੁਲਕਾਂ ਗਨ ਤੀਰ। ਇਸ ਤਰ੍ਹਾਂ ਗੁਰਮੁਖੋ ਕਿ ਜਿਹੜੇ ਸਰੀਰ ਨੇ ਨਾ ਉਹ ਸ਼ਿੱਦਤ ਤੋਂ ਭਾਵ ਹੁੰਦਾ ਜ਼ਖਮੀ ਹੋ ਰਹੇ ਨੇ, ਕਿਸੇ ਨੂੰ ਤੀਰ ਵੱਜਦਾ, ਕਿਸੇ ਨੂੰ ਗੋਲੀ ਵੱਜਦੀ ਹੈ, ਕਿਸੇ ਨੂੰ ਫੱਟ ਵੱਜਦਾ ਪਿਆ। ਤੇ ਪਰ ਸੂਰਮੇ ਜਿਹੜੇ ਨੇ ਧੀਰਜ ਦੇ ਨਾਲ ਖਲੋਤੇ ਹੋਏ ਗੋਲੀਆਂ ਤੇ ਤੀਰ ਚਲਾਉਂਦੇ ਹਨ। ਦੋਹਰਾ ਸ਼੍ਰੀ ਕਲਗੀ ਧਰ ਜੈਥਰੇ ਹਲਵਾਈ ਸਿੱਖ ਏਕ। ਸਤਿਗੁਰੂ ਪਾਤਸ਼ਾਹ ਜੰਗ ਲੜਾਉਂਦੇ ਪਏ, ਜੰਗ ਦੇ ਮੈਦਾਨ ਵਿੱਚ ਮਹਾਰਾਜ ਖਲੋਤੇ ਹੋਏ ਤੇ ਗੁਰਮੁਖੋ ਇੱਥੇ ਨਾ ਮਹਾਰਾਜ ਦੇ ਕੋਲ ਇੱਕ ਹਲਵਾਈ ਸਿੱਖ ਖਲੋਤਾ। ਹਲਵਾਈ ਜਿਹੜਾ ਨਾ ਲੰਗਰ ਵਿੱਚ ਕੰਮ ਕਰਦਾ, ਕਿਤੇ ਜਲੇਬ ਵਗੈਰਾ ਸ਼ੱਕਰ ਪਾਰੇ ਵਗੈਰਾ ਬਣਾਉਂਦਾ ਹੋਵੇਗਾ ਲੰਗਰ ਦੇ ਵਿੱਚ, ਪ੍ਰਸ਼ਾਦੇ ਬਣਾਉਣ ਦੀ ਜ਼ਿੰਮੇਵਾਰੀ ਹਲਵਾਈ ਹੈ, ਮਹਾਰਾਜ ਦਾ ਸਿੱਖ ਹੈ। ਇਸ ਨੇ ਵੇਖਿਆ ਜੰਗ ਹੁੰਦਾ ਵੀ ਸੂਰਮੇ ਲੜਦੇ ਪਏ ਤੇ ਮਹਾਰਾਜ ਮੈਨੂੰ ਕੋਲ ਖੜਾ ਕਰੀ ਬੈਠੇ। ਇਸ ਹਲਵਾਈ ਸਿੱਖ ਨੇ ਜੰਗ ਹੁੰਦਾ ਫਿਰ ਵੇਖ ਕੇ ਹਾਥ ਜੋਰ ਬੋਲਤ ਭਇਓ ਸੁਨਿਓ ਉਦਤ ਵਿਵੇਕ। ਇਸ ਨੇ ਹੱਥ ਜੋੜੇ ਮਹਾਰਾਜ ਦੇ ਅੱਗੇ, ਕਹਿਣ ਲੱਗਾ ਸਤਿਗੁਰੂ ਮੇਰੀ ਵੀ ਇੱਕ ਬੇਨਤੀ ਹੈ, ਆਪ ਜੀ ਸੁਣੋ। ਸਾਰਿਆਂ ਦੀ ਬੇਨਤੀ ਸੁਣਦੇ ਪਏ, ਸਾਰਿਆਂ ਕੋਲੋਂ ਸੇਵਾ ਲੈਂਦੇ ਪਏ, ਮਹਾਰਾਜ ਮੈਨੂੰ ਕੋਲ ਹੀ ਖੜਾ ਕੀਤਾ ਹੋਇਆ। ਹਲਵਾਈ ਸਿੱਖ ਨੇ ਹੱਥ ਜੋੜੇ, ਮਹਾਰਾਜ ਮੈਂ ਬੇਨਤੀ ਕਰਨੀ ਚਾਹੁੰਦਾ, ਆਪ ਜੀ ਕਿਰਪਾ ਕਰਕੇ ਸੁਣਨਾ ਕਰੋ। ਸੋਈਆ ਛੰਦ ਅਦਕ ਲਾਲਸਾ ਮੋਏ ਹਿਰਦੇ ਮੈਂ ਪ੍ਰਭੂ ਕੇ ਕਾਮ ਅਰੁਣ ਸਤਿਗੁਰੂ ਰਮਨਾਥ। ਪਾਤਸ਼ਾਹ ਜੀ ਮੇਰੇ ਮਨ ਦੇ ਵਿੱਚ ਇੱਕ ਬੜੀ ਵੱਡੀ ਲਾਲਸਾ, ਲਾਲਸਾ ਮਤਲਬ ਇੱਛਾ, ਮੇਰੇ ਮਨ ਵਿੱਚ ਬੜੀ ਵੱਡੀ ਇੱਛਾ ਹੈ। ਮਹਾਰਾਜ ਕਹਿਣ ਲੱਗੇ ਕਾਹਦੀ? ਕਹਿਣ ਲੱਗਾ ਮਹਾਰਾਜ ਇੱਛਾ ਇਹ ਹੈ ਮੈਂ ਤੁਹਾਡੇ ਕੰਮ ਆਵਾਂ, ਮੇਰੀ ਹੋਰ ਕੋਈ ਇੱਛਾ ਨਹੀਂ ਹੈ, ਮੇਰੀ ਇੱਕੋ ਹੀ ਇੱਛਾ ਹੈ ਕਿ ਮੈਂ ਤੁਹਾਡੇ ਕੰਮ ਆ ਜਾਵਾਂ, ਮੇਰਾ ਇਹ ਤਨ ਤੁਹਾਡੇ ਕਿਸੇ ਕੰਮ ਆ ਜਾਵੇ, ਲੇਖੇ ਲੱਗ ਜਾਵੇ। ਮਹਾਰਾਜ ਇਹ ਮੇਰੇ ਮਨ ਦੀ ਇੱਛਾ ਹੈ। ਸ਼ਸਤਰ ਹਾਥ ਮੈਂ ਗਹੇ ਨ ਕਬਹੂੰ ਤੋਮਰ ਤੁਪਕ ਨ ਬਾਨ ਕਿਰਪਾ। ਦੂਜੀ ਗੱਲ ਮਹਾਰਾਜ ਇਹ ਹੈ ਵੀ ਮੈਂ ਇਹਨਾਂ ਹੱਥਾਂ ਦੇ ਨਾਲ ਕੜਛੀਆਂ ਤੇ ਬੜੀਆਂ ਚਲਾਈਆਂ ਨੇ, ਇਸੇ ਤਰ੍ਹਾਂ ਸਬਜ਼ੀਆਂ ਭਾਜੀਆਂ ਤੇ ਬੜੀਆਂ ਬਣਾਈਆਂ, ਪਤੀਲੇ ਬੜੇ ਮਾਂਜੇ, ਕੀਤਾ ਤੇ ਬਹੁਤ ਕੁਝ ਹੈ। ਪਰ ਮਹਾਰਾਜ ਮੈਂ ਕਦੇ ਸ਼ਸਤਰ ਨਹੀਂ ਫੜ ਕੇ ਵੇਖਿਆ, ਨਾ ਕਦੇ ਤਲਵਾਰ ਫੜ ਕੇ ਵੇਖੀ ਹੈ, ਨਾ ਕਦੇ ਹੱਥ ਵਿੱਚ ਬੰਦੂਕ ਫੜ ਕੇ ਵੇਖੀ ਹੈ, ਨਾ ਕਦੇ ਤੀਰ ਫੜ ਕੇ ਵੇਖਿਆ, ਨਾ ਕਦੇ ਕੋਈ ਬਰਛਾ ਬਰਛੀ ਫੜ ਕੇ ਵੇਖਿਆ। ਮਹਾਰਾਜ ਇਹਨਾਂ ਹੱਥਾਂ ਨਾਲ ਮੈਂ ਜਲੇਬ ਤੇ ਬੜੇ ਬਣਾ ਛੱਡੇ ਨੇ, ਕੜਛੀਆਂ ਡੋਣੀਆਂ ਤੇ ਬੜੀਆਂ ਚਲਾ ਛੱਡੀਆਂ, ਪਰ ਸ਼ਸਤਰ ਕੋਈ ਨਹੀਂ ਜੇ ਚਲਾਇਆ। ਚਲਾਉਣਾ ਤੇ ਦੂਰ ਦੀ ਗੱਲ ਹੈ, ਮੈਂ ਤੇ ਕਦੇ ਫੜ ਕੇ ਨਹੀਂ ਵੇਖਿਆ। ਹੁਣ ਹਲਵਾਈ ਹੈ ਨਾ, ਆਪਣੇ ਕਿੱਤੇ ਨਾਲ ਹੀ ਸੰਬੰਧ ਰੱਖਦਾ, ਆਪਣੇ ਕਿੱਤੇ ਦਾ ਤੇ ਕੰਮ ਕਰ ਲੈਂਦਾ, ਪਰ ਜੰਗ ਨਹੀਂ ਹਾਲੇ ਤੱਕ ਮਹਾਰਾਜ। ਜੰਗ ਕਰਨਾ ਤੇ ਦੂਰ ਦੀ ਗੱਲ ਹੈ, ਮੈਂ ਤੇ ਕਦੇ ਸ਼ਸਤਰ ਹੱਥ ਵਿੱਚ ਫੜ ਕੇ ਨਹੀਂ ਵੇਖਿਆ ਹੈ। ਤਉ ਹੋਤ ਉਤਸ਼ਾਹ ਬਡੋਰ ਹਤੋ ਰਿਪੂ ਕੇ ਕਰੋ ਬਖਾਨ। ਸਤਿਗੁਰੂ ਪਾਤਸ਼ਾਹ ਜੀ ਮੇਰੇ ਮਨ ਵਿੱਚ ਉਤਸ਼ਾਹ ਬੜਾ ਵੀ ਜੇ ਤੁਸੀਂ ਮੈਨੂੰ ਆਗਿਆ ਦੇ ਦਿਓ ਔਰ ਮੈਨੂੰ ਥਾਪੜਾ ਦੇ ਦਿਓ ਤੇ ਮਹਾਰਾਜ ਮੈਂ ਵੀ ਨਾ ਸ਼ਸਤਰ ਚੁੱਕ ਕੇ ਵੇਖਾਂ ਵੀ ਤਲਵਾਰ ਕਿਵੇਂ ਚੁੱਕੀ ਦੀ ਹੈ, ਬੰਦੂਕ ਕਿਵੇਂ ਚੁੱਕੀ ਦੀ ਹੈ, ਦੁਸ਼ਮਣ ਨੂੰ ਮਾਰੀਦਾ ਕਿਵੇਂ ਹੈ। ਮਹਾਰਾਜ ਮੇਰਾ ਵੀ ਜੀ ਕਰਦਾ ਵੀ 2-4 ਪਹਾੜੀਏ ਤੇ ਮਾਰ ਹੀ ਸਕਦਾ ਨਾ, ਜ਼ਿਆਦੇ ਨਹੀਂ ਤੇ। ਮਹਾਰਾਜ ਉਤਸ਼ਾਹ ਤੇ ਬੜਾ, ਚਾਹ ਤੇ ਬੜਾ ਮੇਰੇ ਮਨ ਵਿੱਚ ਵੀ ਜੰਗ ਕਰਾਂ, ਪਰ ਪਾਤਸ਼ਾਹ ਜੀ ਆਪ ਜੀ ਆਗਿਆ ਦਿਓ ਔਰ ਮੈਨੂੰ ਸਮਰੱਥਾ ਬਖਸ਼ਿਸ਼ ਕਰੋ ਜੀ। ਦੇਹੋ ਤੁਰੰਗਮ ਤੇ ਅਰੂੜ ਹੋਏ ਖੜਗ ਦੇਹੋ ਪੁਨਸ ਪਰ ਮਹਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੈਂ ਕਦੇ ਘੋੜੇ ਤੇ ਵੀ ਨਹੀਂ ਜੇ ਚੜਿਆ, ਗੱਡੇ ਦੇ ਉੱਪਰ ਤੇ ਕਈ ਵਾਰੀ ਚੜ੍ਹ ਕੇ ਪਤੀਲੇ ਲੱਦ ਕੇ ਲੈ ਕੇ ਗਿਆ ਇੱਕ ਥਾਂ ਤੋਂ ਦੂਜੀ ਥਾਂ ਤੇ, ਗੱਡਿਆਂ ਦੇ ਉੱਪਰ ਤੇ ਚੜ੍ਹਦਾ ਰਿਹਾ ਤੇ ਖੱਚਰਾਂ ਦੇ ਉੱਪਰ ਸਮਾਨ ਤੇ ਢੋਂਦਾ ਰਿਹਾ, ਪਰ ਮਹਾਰਾਜ ਮੈਂ ਘੋੜੇ ਤੇ ਨਹੀਂ ਚੜਿਆ। ਮੇਰਾ ਜੀ ਕਰਦਾ ਵੀ ਘੋੜੇ ਤੇ ਵੀ ਇੱਕ ਵਾਰੀ ਚੜ੍ਹ ਕੇ ਵੇਖਾਂ ਵੀ ਘੋੜੇ ਤੇ ਕਿਵੇਂ ਚੜ੍ਹੀਦਾ। ਤੇ ਸਤਿਗੁਰੂ ਕਹਿਣ ਲੱਗੇ, ਫਿਰ ਕਹਿਣ ਲੱਗਾ ਮਹਾਰਾਜ ਘੋੜੇ ਤੇ ਚੜ੍ਹ ਕੇ ਹੱਥ ਵਿੱਚ ਢਾਲ ਕਿਵੇਂ ਫੜੀ ਦੀ ਹੈ, ਹੱਥ ਵਿੱਚ ਤਲਵਾਰ ਕਿਵੇਂ ਫੜੀ ਦੀ ਹੈ, ਮੈਂ ਤੇ ਕਦੇ ਫੋਟੋਆਂ ਹੀ ਵੇਖੀਆਂ ਨੇ ਜਾਂ ਸੂਰਮਿਆਂ ਨੂੰ ਆਉਂਦੇ ਜਾਂਦੇ ਵੇਖਦਾ, ਮੈਂ ਆਪ ਨਹੀਂ ਇਹ ਕੰਮ ਕੀਤਾ। ਪਰ ਹਲਵਾਈ ਸਿੱਖ ਕਹਿ ਰਿਹਾ ਵੀ ਮਹਾਰਾਜ ਮੇਰਾ ਜੀ ਕਰਦਾ ਵੀ ਮੈਂ ਫੜਾਂ ਹਥਿਆਰ ਆਪਣੇ ਹੱਥ ਵਿੱਚ, ਘੋੜੇ ਤੇ ਚੜ੍ਹਾਂ ਤੇ ਜੰਗ ਕਰਕੇ ਲੜਾਂ, ਵਿਖਾਵਾਂ, ਕਈਆਂ ਨੂੰ ਮਾਰਾਂ, ਕਈਆਂ ਕੋਲੋਂ ਫੱਟ ਖਾਵਾਂ। ਇਹ ਉਤਸ਼ਾਹ ਹੈ ਜਿਨ੍ਹਾਂ ਨੂੰ ਵੇਖ ਕੇ ਆਉਂਦਾ, ਪਰ ਉਤਸ਼ਾਹ ਗੁਰਮੁਖੋ ਸੂਰਮਿਆਂ ਨੂੰ ਹੀ ਆਉਂਦਾ। ਜੰਗ ਵੇਖ ਕੇ ਕੈਰਾਂ ਦੇ ਤੇ ਪਸੀਨੇ ਛੁੱਟ ਜਾਂਦੇ, ਕੈਰ ਤੇ ਘਬਰਾ ਜਾਂਦੇ, ਡਰ ਜਾਂਦੇ, ਲੱਤਾਂ ਕੰਬ ਜਾਂਦੀਆਂ।
ਪਰ ਮਹਾਰਾਜ ਦੀ ਸੰਗਤ ਮਿਲੀ ਹੋਵੇ ਤੇ ਫਿਰ ਕਾਇਰਪੁਣਾ ਨਹੀਂ ਨਾ ਰਹਿ ਜਾਂਦਾ, ਫਿਰ ਸੂਰਮਤਾ ਹੀ ਆ ਜਾਂਦੀ ਹੈ ਨਾ। ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕਰਦਾ, ਮਹਾਰਾਜ ਮੈਂ ਇਸ ਤਰ੍ਹਾਂ ਜੰਗ ਕਰਨਾ ਚਾਹੁੰਦਾ ਹਾਂ। ਸ਼੍ਰੀ ਕਲਗੀਧਰ ਸੁਨ ਮੁਸਕਾਨੇ ਕੋਤਲ ਖਰੇ ਤੁਰੰਗਮ ਹੀਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹਦੀ ਗੱਲ ਸੁਣ ਕੇ ਨਾ ਹੱਸ ਪਏ, ਨਾਲੇ ਹੱਸ ਕੇ ਵੇਖਿਆ। ਮਹਾਰਾਜ ਕਹਿਣ ਲੱਗੇ, ਹਲਵਾਈਆ ਤੂੰ ਵੀ ਹੁਣ ਜੰਗ ਕਰੇਂਗਾ। ਤੇਰੇ ਤੋਂ ਪਹਿਲਾਂ ਇੱਕ ਸਾਧ ਆ ਗਿਆ ਸੀ, ਉਹ ਸਾਧ ਕਹਿੰਦਾ ਸੀ ਮਹਾਰਾਜ ਮੈਂ ਵੀ ਜੰਗ ਕਰਨਾ। ਤੇ ਅਸੀਂ ਸਾਧ ਨੂੰ ਪੁੱਛਿਆ ਵੀ ਸਾਧਾ ਤੇਰੇ ਕੋਲ ਨਾ ਕੋਈ ਤਲਵਾਰ ਨਾ ਕੋਈ ਤੀਰ ਹੈ, ਜੰਗ ਕਿਵੇਂ ਕਰੇਂਗਾ? ਤੇ ਸਾਧ ਨੇ ਤੇ ਆਖਿਆ ਸੀ ਮਹਾਰਾਜ ਮੇਰੇ ਕੋਲ ਡੰਡਾ ਹੀ ਹੈ, ਮੈਂ ਤੇ ਡੰਡੇ ਨਾਲ ਹੀ ਜੰਗ ਕਰ ਦਿਆਂਗਾ। ਸਾਧ ਤੇ ਲੜ ਕੇ ਆ ਗਿਆ। ਫਿਰ ਇੱਕ ਮੱਝਾਂ ਚਾਰਨ ਵਾਲਾ ਆ ਗਿਆ, ਮਹਾਰਾਜ ਮੇਰਾ ਵੀ ਜੰਗ ਕਰਨ ਨੂੰ ਜੀ ਕਰਦਾ। ਮਹਾਰਾਜ ਕਹਿਣ ਲੱਗੇ ਮੱਝਾਂ ਥੋੜੀਆਂ ਚਾਰਨੀਆਂ ਜੰਗ ਵਿੱਚ ਆ ਕੇ, ਮੱਝਾਂ ਚਾਰਨਾ ਕੰਮ ਹੋਰ ਹੈ, ਜੰਗ ਲੜਨਾ ਹੋਰ ਹੈ। ਮਹਾਰਾਜ ਥਾਪੜਾ ਦਿਓ। ਜਿਵੇਂ ਮੱਝਾਂ ਨੂੰ ਕੁੱਟਿਆ ਨਾ ਇਸੇ ਤਰ੍ਹਾਂ ਦੁਸ਼ਮਣ ਨੂੰ ਵੀ ਕੁੱਟ ਕੇ ਭਜਾ ਦਿਆਂਗਾ। ਤੁਹਾਡਾ ਥਾਪੜਾ ਚਾਹੀਦਾ, ਹੁਕਮ ਚਾਹੀਦਾ, ਤੁਸੀਂ ਕਿਰਪਾ ਕਰੋ ਤੇ ਹੋ ਸਭ ਕੁਝ ਜਾਏਗਾ। ਮਹਾਰਾਜ ਨੇ ਐਸੇ ਲੜਾ ਦਿੱਤੇ। ਇਹ ਪਠਾਨ ਕਹਿੰਦੇ ਸਨ ਪਹਾੜੀ ਰਾਜਿਆਂ ਨੂੰ ਵੀ ਮਹਾਰਾਜ ਨੇ ਤੇ ਨੀਵੀਆਂ ਜਾਤਾਂ ਦੇ ਬੰਦੇ ਰੱਖੇ ਨੇ, ਜੰਗ ਦਾ ਤੇ ਉਹਨਾਂ ਨੇ ਕਦੇ ਨਾਮ ਹੀ ਨਹੀਂ ਸੁਣਿਆ ਹੋਣਾ, ਜੰਗ ਉਹਨਾਂ ਨੇ ਕਿੱਥੋਂ ਕਰ ਲੈਣਾ। ਪਰ ਮਹਾਰਾਜ ਦੇ ਸੂਰਮੇ ਕੋਈ ਮੱਝਾਂ ਚਾਰਨ ਵਾਲਾ ਹੈ, ਇਸੇ ਤਰ੍ਹਾਂ ਕੋਈ ਸਾਧੂ ਹੈ ਤੇ ਕੋਈ ਹਲਵਾਈ ਹੈ, ਉਹ ਵੀ ਆਗਿਆ ਮੰਗਦੇ ਪਏ ਮਹਾਰਾਜ ਹੁਕਮ ਫਰਮਾਓ, ਅਸੀਂ ਵੀ ਜੰਗ ਕਰਕੇ ਦੁਸ਼ਮਣ ਨੂੰ ਵਿਖਾ ਲਈਏ। ਸਾਡੀ ਜਾਤ ਪਾਤ ਵੱਲੇ ਨਾ ਜਾਇਓ, ਸਾਡੇ ਕੰਮ ਕਿਤੇ ਵੱਲੇ ਨਾ ਜਾਓ। ਇਹਨਾਂ ਹੱਥਾਂ ਵਿੱਚ ਮਾਲਾ ਵੀ ਫੜੀ ਜਾ ਸਕਦੀ ਹੈ, ਇਹਨਾਂ ਹੱਥਾਂ ਵਿੱਚ ਸਮਾਂ ਆਵੇ ਤੇ ਤਲਵਾਰ ਵੀ ਫੜੀ ਜਾ ਸਕਦੀ ਹੈ। ਮਹਾਰਾਜ ਨੇ ਸੰਤ ਦੇ ਨਾਲ ਸਿਪਾਹੀ ਬਣਾਇਆ। ਕੱਲਾ ਸਿਪਾਹੀ ਵੀ ਜਾਬਰ ਹੋ ਜਾਂਦਾ, ਜ਼ੁਲਮ ਕਰਦਾ, ਤੇ ਕੱਲਾ ਸੰਤ ਮਾਰ ਖਾ ਜਾਂਦਾ। ਸੰਤਾਂ ਨੂੰ ਫੜ ਫੜ ਕੇ ਲੋਕਾਂ ਨੇ ਜੇਲ੍ਹਾਂ ਵਿੱਚ ਪਾਇਆ, ਕੁੱਟਿਆ, ਮਾਰਿਆ, ਬੜਾ ਦੁੱਖ ਦਿੱਤਾ। ਜਿਹੜੇ ਸਿਪਾਹੀ ਬਣ ਗਏ ਉਹਨਾਂ ਨੇ ਲੋਕਾਂ ਨੂੰ ਦੁੱਖ ਦਿੱਤਾ। ਸਤਿਗੁਰਾਂ ਨੇ ਆਖਿਆ ਦੋਨੇ ਚੀਜ਼ਾਂ ਹੀ ਇਕੱਠੀਆਂ ਕਰ ਦੇਣੀਆਂ, ਮਾਲਾ ਵਾਲਾ ਹੱਥ ਤੇ ਤਲਵਾਰ ਵਾਲਾ ਹੱਥ ਇਕੱਠਾ ਹੀ ਕਰ ਦੇਣਾ। ਨਾ ਮਾਲਾ ਵਾਲਾ ਕਿਸੇ ਕੋਲੋਂ ਮਾਰ ਖਾਵੇ, ਨਾ ਤਲਵਾਰ ਵਾਲਾ ਕਿਸੇ ਨੂੰ ਮਾਰੇ। ਤਲਵਾਰ ਵਾਲੇ ਦੇ ਮਨ ਵਿੱਚ ਰਹਿਮ ਪੈਦਾ ਕਰ ਦੇਣਾ, ਦਇਆ ਪੈਦਾ ਕਰ ਦੇਣੀ ਹੈ, ਤੇ ਮਾਲਾ ਵਾਲੇ ਦੇ ਮਨ ਵਿੱਚ ਵੀਰ ਰਸ ਭਰ ਦੇਣਾ। ਐਸਾ ਸੁਮੇਲ ਬਣਾ ਦੇਣਾ, ਸੰਤ ਸਿਪਾਹੀ ਬਣਾਉਣਾ ਮਹਾਰਾਜ ਦੀਆਂ। ਸੰਤ ਵੀ ਹੋਵੇ, ਜਦੋਂ ਨਿਤਨੇਮ ਕਰਦਾ, ਸਿਮਰਨ ਕਰਦਾ, ਨਾਮ ਜਪਦਾ, ਮਾਲਾ ਫੇਰਦਾ, ਉਦੋਂ ਸੰਤ ਹੈ। ਜਦੋਂ ਤਲਵਾਰ ਚੁੱਕ ਕੇ ਜੰਗ ਮੈਦਾਨ ਵਿੱਚ ਜੂਝਦਾ, ਉਦੋਂ ਸਿਪਾਹੀ ਹੈ। ਐਸਾ ਖਾਲਸਾ ਮਹਾਰਾਜ ਬਣਾਉਂਦੇ ਪਏ, ਦੋਨੇ ਵਸਤੂਆਂ ਪੂਰੀਆਂ ਕਰਦੇ। ਕੱਲੀ ਮਾਲਾ ਵਾਲਾ ਵੀ ਦੁਖੀ ਹੈ, ਕੱਲੀ ਤਲਵਾਰ ਵਾਲਾ ਵੀ ਦੁੱਖ ਦਿੰਦਾ ਪਿਆ, ਪਰ ਸੁਮੇਲ ਦੋਨਾਂ ਦਾ ਠੀਕ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਹਲਵਾਈ ਵੱਲ ਵੇਖਿਆ, ਜੰਗ ਬੜਾ ਭਿਆਨਕ ਹੁੰਦਾ ਪਿਆ। ਸਤਿਗੁਰੂ ਬੜੇ ਧੀਰਜ ਧਾਰੀ ਨੇ। ਮਹਾਰਾਜ ਨੇ ਹਲਵਾਈ ਵੱਲ ਵੇਖਿਆ ਤੇ ਹੱਸ ਪਏ। ਤੇ ਹੱਸ ਕੇ ਮਹਾਰਾਜ ਕਹਿਣ ਲੱਗੇ ਤੇਰਾ ਜੀ ਕਰਦਾ ਘੋੜੇ ਤੇ ਚੜ੍ਹਨ ਨੂੰ? ਕਹਿਣ ਲੱਗਾ ਮਹਾਰਾਜ ਬੜਾ ਹੀ ਚਾਅ ਚੜ੍ਹਿਆ, ਆਗਿਆ ਦਿਓ ਨਾ ਮੈਂ ਵੀ ਘੋੜੇ ਤੇ ਬਹਿ ਕੇ ਵੇਖਾਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਹੀ ਕਹਿਣ ਲੱਗੇ ਵੀ ਇੱਕ ਘੋੜਾ ਨਾ ਖਾਲੀ ਖਲੋਤਾ ਸੀਗਾ। ਵਿਧੀ ਬਣਾਈ ਨਾ ਮਹਾਰਾਜ ਨੇ, ਘੋੜਾ ਵੀ ਕੋਲ ਹੀ ਖਲੋਤਾ ਹੈ, ਖਾਲੀ, ਕਾਠੀ ਪਾਈ ਹੋਈ, ਸਜਿਆ ਧਜਿਆ ਘੋੜਾ ਬੜਾ ਹੀ ਸੋਹਣਾ। ਮਹਾਰਾਜ ਉਸ ਘੋੜੇ ਵੱਲ ਫਿਰ ਵੇਖਦੇ ਹਨ। ਜਿਨ ਕੋ ਬਿਰਦ ਗਰੀਬ ਨਿਵਾਜਨ ਲੈ ਹੁਕਮ ਐ ਚੜੀਐ ਬਿਨ ਦੇਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਗੁਰਮੁਖੋ ਬਿਰਦ ਕੀ ਹੈ? ਮਹਾਰਾਜ ਦਾ ਬਿਰਦ ਹੈ ਗਰੀਬ ਨਵਾਜ, ਗਰੀਬਾਂ ਨੂੰ ਨਵਾਜਣ ਵਾਲੇ। ਹਲਵਾਈ ਵਿਚਾਰਾ ਗਰੀਬ ਹੀ ਹੈ ਨਾ, ਬਾਦਸ਼ਾਹ ਥੋੜ੍ਹੀ ਹੈ। ਜੇ ਅਮੀਰ ਹੋਵੇ ਤੇ ਕਿਉਂ ਭੱਠੀ ਦੇ ਕੋਲ ਬਹਿ ਕੇ ਸੜੇ, ਕਿਉਂ ਆਪਣੇ ਸਰੀਰ ਨੂੰ ਗਰਮੀ ਸਰਦੀ ਵਿੱਚ ਇੰਨਾ ਦੁੱਖ ਦੇਵੇ? ਗਰੀਬ ਹੀ ਹੈ ਤੇ ਤਾਂ ਹੀ ਵਿਚਾਰਾ ਹਲਵਾਈ ਬਣਿਆ। ਇਹ ਸਤਿਗੁਰਾਂ ਦਾ ਬਿਰਦ ਕੀ ਹੈ? ਗਰੀਬ ਨਵਾਜ, ਗਰੀਬਾਂ ਨੂੰ ਨਵਾਜਣ ਵਾਲੇ। ਤੇ ਇਸ ਗਰੀਬ ਬੰਦੇ ਨੂੰ ਵਿਚਾਰੇ ਨੂੰ ਕਿੱਥੇ ਕਿਤੇ ਘੋੜਾ ਮਿਲਿਆ ਹੋਣਾ। ਮਹਾਰਾਜ ਘੋੜਾ ਬਖਸ਼ਿਸ਼ ਕਰਨ ਲੱਗੇ। ਗਰੀਬ ਨਵਾਜ ਨੇ ਇੱਕ ਗਰੀਬੜੇ ਨੂੰ ਮਹਾਰਾਜ ਦੀ ਸਿਪਾਹੀ ਬਣਾਉਣ ਲੱਗੇ ਨੇ, ਸੈਨਿਕ ਬਣਾਉਣ ਲੱਗੇ। ਸਤਿਗੁਰੂ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਹਲਵਾਈ ਸਾਹਿਬ ਤੁਹਾਡੇ ਕੋਲ ਹੀ ਫਿਰ ਘੋੜਾ ਖਲੋਤਾ, ਕਾਠੀ ਵੀ ਪਾਈ ਹੋਈ ਤੇ ਤਿਆਰ ਬਰ ਤਿਆਰ ਘੋੜਾ। ਜੇ ਘੋੜੇ ਤੇ ਕਦੇ ਨਹੀਂ ਚੜਿਆ, ਜੇ ਜੰਗ ਨਹੀਂ ਕਦੇ ਕਰਿਆ, ਤੇ ਜਾ ਆ ਘੋੜੇ ਦੇ ਉੱਪਰ ਸਵਾਰ ਹੋ, ਆਪਣੇ ਮਨ ਦੀ ਇੱਛਾ ਪੂਰੀ ਕਰ ਲੈਣਾ ਕਰ। ਹੁਕਮ ਪਾਏ ਗਹਿਵਾਂਗ ਅਰੂੜਿਓ ਪ੍ਰਭੂ ਜੀ ਦੀ ਜੈ ਸ਼ਸਤਰ ਵਡੇਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਹੁਕਮ ਪਾ ਕੇ ਨਾ ਬੜੀ ਛੇਤੀ, ਹਲਵਾਈ ਹੈ ਥੋੜਾ ਮੋਟਾ ਤਾਜ਼ਾ, ਹਲਵਾਈ ਹੁੰਦੇ ਮੋਟੇ ਤਾਜ਼ੇ ਵੈਸੇ, ਬੜੀ ਛੇਤੀ ਹੁਕਮ ਪਾ ਕੇ ਇਹਨੇ ਘੋੜੇ ਵੱਲ ਵੇਖਿਆ ਵੀ ਇਹ ਭਾਰ ਮੇਰਾ ਚੁੱਕ ਲਏਗਾ। ਘੋੜਾ ਵੀ ਤਗੜਾ ਹੈ। ਮਹਾਰਾਜ ਦੀ ਆਗਿਆ ਪਾ ਕੇ
ਰੱਖਿਆ ਰਕਾਬ ਤੇ ਪੈਰ, ਕਹਿਣ ਲੱਗੇ ਮਾਰ ਕੇ ਛਾਲ। ਹਲਵਾਈ ਘੋੜੇ ਤੇ ਚੜ ਗਿਆ। ਘੋੜੇ ਤੇ ਚੜ ਕੇ ਬੜਾ ਖੁਸ਼ ਹੋਇਆ, ਉਹਨੂੰ ਨੇੜੇ ਨੇੜੇ ਘੁਮਾਇਆ। ਘੁਮਾ ਕੇ ਤੇ ਫਿਰ ਇਸਨੇ ਸਵਾਲ ਕੀਤਾ, ਮਹਾਰਾਜ ਇੱਕ ਗੱਲ ਤੇ ਰਹਿ ਗਈ ਹੈ। ਸਤਿਗੁਰਾਂ ਨੇ ਫਿਰ ਹਲਵਾਈ ਵੱਲ ਵੇਖਿਆ, ਪਹਿਲਾਂ ਘੋੜਾ ਮੰਗਿਆ, ਹੁਣ ਹੋਰ ਸਵਾਲ ਖੜਾ ਕਰਦਾ ਵੀ ਇੱਕ ਗੱਲ ਅਜੇ ਹੋਰ ਰਹਿ ਗਈ ਹੈ। ਸਤਿਗੁਰਾਂ ਨੇ ਪੁੱਛਿਆ, ਕਹਿਣ ਲੱਗੇ ਹੁਣ ਕੀ ਰਹਿ ਗਿਆ? ਫਿਰ ਬੇਨਤੀ ਕਰਦਾ ਹੈ, ਤੋਮਰ ਕਿਦੋਂ ਤੁਪਕ ਧਨ ਤੀਰ, ਜੇ ਕੇ ਜੋ ਮਾਂ ਹਤਾ ਕੇ ਦੇਹੋ ਸ਼ਮਸ਼ੇਰ। ਸਤਿਗੁਰੂ ਪਾਤਸ਼ਾਹ ਹੁਣ ਘੋੜੇ ਤੇ ਜਾਵਾਂਗਾ ਤੇ ਦੁਸ਼ਮਣ ਨਾਲ ਲੜਾਂਗਾ ਕਾਹਦੇ ਨਾਲ? ਮੇਰੇ ਕੋਲ ਨਾ ਕੋਈ ਬੰਦੂਕ ਹੈ, ਨਾ ਕੋਈ ਤੀਰ ਹੈ, ਨਾ ਕੋਈ ਤਲਵਾਰ ਹੈ, ਨਾ ਕੋਈ ਤੀਰ ਕਮਾਨ ਹੈ। ਸਤਿਗੁਰੂ ਪਾਤਸ਼ਾਹ ਘੋੜਾ ਦਿੱਤਾ ਤੇ ਸ਼ਸਤਰ ਵੀ ਨਾ ਦਿਓ ਨਾ, ਹੁਣ ਮੈਂ ਘੋੜੇ ਤੇ ਬਹਿ ਕੇ ਚਲੇ ਜਾਵਾਂ, ਅਗਲੇ ਮੈਨੂੰ ਕੁੱਟ ਮਾਰ ਕੇ ਉੱਥੋਂ ਭਜਾ ਜਾਣ ਤੇ ਮੈਂ ਬਿਨਾਂ ਹੀ ਕੰਮ ਤੋਂ ਕੁੱਟ ਖਾ ਕੇ ਆ ਜਾਵਾਂ। ਸਤਿਗੁਰੂ ਹੱਥ ਵਿੱਚ ਤਲਵਾਰ ਦੇ ਦਿਓ, ਜਾਂ ਮੇਰੇ ਹੱਥ ਵਿੱਚ ਤੀਰ ਕਮਾਨ ਦੇ ਦਿਓ, ਜਾਂ ਬੰਦੂਕ ਦੇ ਦਿਓ। ਚਲਾਉਣਾ ਵਿਚਾਰੇ ਨੂੰ ਕੁਝ ਨਹੀਂ ਆਉਂਦਾ, ਚਲਾਉਣਾ ਤੇ ਘੋੜਾ ਵੀ ਨਹੀਂ ਆਉਂਦਾ। ਘੋੜੇ ਤੇ ਬਹਿ ਗਿਆ ਹੈ, ਘੋੜੇ ਤੇ ਬੈਠਾ ਹੋਰ ਮੰਗ ਕਰਦਾ, ਮਹਾਰਾਜ ਕੋਈ ਸ਼ਸਤਰ ਵੀ ਤੇ ਫੜਾਓ ਨਾ, ਜਿਹਦੇ ਨਾਲ ਮੈਂ ਜਾ ਕੇ ਲੜਾਂ। ਜਿਸ ਵੇਲੇ ਬੇਨਤੀ ਕਰਦਾ ਹੈ, ਵਿਕਸਤ ਖੜਗ ਸਿਪਰਤਾ ਬਖਸ਼ੇ, ਬੂਝਤ ਭਇਓ ਹਤਨ ਕੌਦਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨਾ ਇਹਦੇ ਵੱਲ ਵੇਖ ਕੇ ਹੱਸ ਪਏ, ਕਹਿਣ ਲੱਗੇ, ਹਲਵਾਈਆ ਸ਼ਸਤਰ ਤੇ ਬੜੇ ਮੰਗਦਾ ਪਿਆ, ਮੰਨ ਲਓ ਤੈਨੂੰ ਸ਼ਸਤਰ ਦੇ ਵੀ ਦਈਏ ਤੇ ਫਿਰ ਕੀ ਕਰੇਂਗਾ? ਕਹਿਣ ਲੱਗਾ, ਮਹਾਰਾਜ ਇਕੱਲੇ ਸ਼ਸਤਰ ਥੋੜ੍ਹੀ ਦਿਓਗੇ, ਸ਼ਸਤਰ ਦੇ ਕੇ ਦੱਸੋ ਨਾ ਵੀ ਇਹ ਚਲਾਉਣਾ ਵੀ ਕਿਵੇਂ ਹੈ, ਚਲਾਉਣ ਦਾ ਵੀ ਤਰੀਕਾ ਦੱਸੋ। ਮੈਂ ਕਿੱਥੇ ਮਾਰਾਂ? ਲੱਤ ਤੇ ਮਾਰਾਂ, ਪੈਰ ਤੇ ਮਾਰਾਂ, ਸਿਰ 'ਚ ਮਾਰਾਂ, ਮਾਰਨਾ ਕਿੱਥੇ ਹੈ, ਚਲਾਉਣਾ ਕਿਵੇਂ ਹੈ? ਇਕੱਲਾ ਸ਼ਸਤਰ ਨਹੀਂ ਚਾਹੀਦਾ, ਸ਼ਸਤਰ ਨੂੰ ਚਲਾਉਣ ਦੀ ਵਿਦਿਆ ਵੀ ਨਾਲ ਦਿਓ ਵੀ ਜੰਗ ਵਿੱਚ ਵਰਤਣਾ ਕਿਵੇਂ ਹੈ। ਇਹ ਨਾ ਹੋਵੇ ਦੁਸ਼ਮਣ ਨੂੰ ਮਾਰਦਾ ਮਾਰਦਾ ਆਪਦੀ ਲੱਤ ਤੇ ਆਪੇ ਮਾਰ ਕੇ ਬਹਿ ਜਾਵਾਂ। ਮਹਾਰਾਜ ਇਕੱਲਾ ਘੋੜਾ ਨਹੀਂ ਚਾਹੀਦਾ, ਘੋੜੇ ਦੇ ਨਾਲ ਸ਼ਸਤਰ ਚਾਹੀਦਾ ਤੇ ਸ਼ਸਤਰਾਂ ਦੇ ਨਾਲ ਸਿਖਲਾਈ ਵੀ ਚਾਹੀਦੀ ਹੈ। ਮੰਗਦਾ ਪਿਆ ਹਲਵਾਈ ਦਾਤਾਂ, ਗਰੀਬ ਨਵਾਜ। ਸਤਿਗੁਰੂ ਨੂੰ ਐਵੇਂ ਨਹੀਂ ਗਰੀਬ ਨਵਾਜ ਆਖਿਆ ਜਾਂਦਾ। ਹਲਵਾਈ ਨੂੰ ਮਹਾਰਾਜ ਕਿਹੜੇ ਕਿਹੜੇ ਸ਼ਸਤਰ ਬਖਸ਼ਿਸ਼ ਕਰਨਗੇ, ਕਿਹੜੀ ਕਿਹੜੀ ਵਿਦਿਆ ਮਹਾਰਾਜ ਬਖਸ਼ਦੇ, ਔਰ ਹਲਵਾਈ ਕਿਵੇਂ ਜਾ ਕੇ ਜੰਗ ਕਰਦਾ ਹੈ, ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਦੇਖਿਆ ਕਤਹਿ ਨਾ ਛੂਟੀਐ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ।